ਟਵਿਨਸ ਟਾਵਰ ਉਹਨੂੰ ਮੀਡੀਆ ਦੇ ਵਿੱਚ ਭ੍ਰਿਸ਼ਟਾਚਾਰ ਦੇ ਟਾਵਰ ਗਿਰਾਉਣ ਦੀ ਗੱਲ ਕੀਤੀ ਗਈ ਹੈ ਤੇ ਉਹ ਟਾਵਰ ਇੰਡੀਆ ਦੇ ਵਿੱਚ ਪੂਰੇ ਤਰ੍ਹਾਂ ਛਾਏ ਰਹੇ। ਜਿਹੜਾ 11 ਮੰਜ਼ਿਲਾਂ ਦਾ ਟਾਵਰ ਸੀ ਉਹ 40 ਮੰਜ਼ਿਲਾਂ ਤੱਕ ਕਿਵੇਂ ਪਹੁੰਚ ਗਿਆ। ਹੱਦ ਇੱਥੋਂ ਤੱਕ ਰਹੀ ਭ੍ਰਿਸ਼ਟਾਚਾਰ ਦੀ ਕਿ 2012 ਦੇ ਵਿੱਚ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਹੈ, ਉਧਰ ਕੇਸ ਚੱਲ ਰਿਹਾ, ਇਧਰੋਂ ਮੰਜ਼ਿਲਾਂ 11 ਤੋਂ ਜਾ ਕੇ 32 ਤੇ ਚਲੇ ਜਾਂਦੇ। ਕਿਉਂਕਿ ਜਿਹੜੇ ਉਹ ਗੈਰ ਕਾਨੂੰਨੀ ਢੰਗ ਨਾਲ ਫਲੈਟ ਬੰਦੇ ਸੀ ਉਹ 70 ਲੱਖ 60 ਲੱਖ ਦੇ ਵਿੱਚ ਵੇਚ ਜਾਂਦੇ ਸੀ ਔਰ ਇਹਨਾਂ ਨੂੰ ਪੋਸਟ ਕਰਦਾ ਸੀ। 1 ਕਰੋੜ ਰੁਪਏ ਵੇਚਦੇ ਸੀ, ਉਹ 50 ਲੱਖ ਵੇਚ ਜਾਂਦੇ ਸੀ। ਭਗਵੰਤ ਮਾਨ ਹੋਰੀ ਕਹਿੰਦੇ ਨੇ ਕਿ ਚੰਡੀਗੜ੍ਹ ਦੇ ਜਿਹੜੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ ਬੜਾ ਕੁਛ ਦੱਸਿਆ, ਵੱਡੇ ਸਿਆਸਤਦਾਨਾਂ ਦੇ ਵੱਡੇ ਫਾਰਮ ਪਏ ਨੇ, ਵੱਡੇ ਬਿਲਡਿੰਗਾਂ ਬਣਾਈਆਂ ਪਈਆਂ ਨੇ। ਨਜਾਇਜ਼ ਕੰਸਟਰਕਸ਼ਨ ਚੱਲਦੀਆਂ ਰਹੀਆਂ, ਉਹ ਨਜਾਇਜ਼ ਕੰਸਟਰਕਸ਼ਨ ਦੇ ਵਿੱਚ ਅਫਸਰਾਂ ਨੇ ਵੀ ਪੂਰੀਆਂ ਆਪਣੀਆਂ ਜੇਬਾਂ ਭਰੀਆਂ ਔਰ ਮੰਤਰੀਆਂ ਨੇ ਵੀ ਪੂਰੀਆਂ ਜੇਬਾਂ ਭਰੀਆਂ। ਜਿਹੜੀ ਕਲੋਨੀ ਦੇ ਉੱਪਰ ਫਲੈਟ ਬਣ ਹੀ ਨਹੀਂ ਸਕਦੇ, ਰੂਲ ਹੈ ਕਿ 35 ਫੁੱਟ ਤੋਂ ਘੱਟ ਜੇ ਸੜਕ ਹੈਗੀ ਤਾਂ ਉਹਦੇ ਤੇ ਨਕਸ਼ੇ ਪਾਸ ਹੀ ਨਹੀਂ ਹੋ ਸਕਦੇ। ਉੱਥੇ ਨਕਸ਼ੇ ਪਾਸ ਕਰ ਦਿੱਤੇ ਗਏ, 25 ਫੁੱਟ ਦੀ ਰੋਡ ਤੇ ਨਕਸ਼ੇ ਪਾਸ ਕਰ ਦਿੱਤੇ ਗਏ ਔਰ 30 ਫੁੱਟ ਦੀ ਰੋਡ ਤੇ ਨਕਸ਼ੇ ਪਾਸ ਕਰਦੇ। ਅੱਜ ਉੱਥੇ ਫਲੈਟ ਵੀ ਬਣੇ ਹੋਏ ਨੇ। ਤੁਹਾਡਾ ਕਹਿਣ ਦਾ ਮਤਲਬ ਹੈ ਜਿਹੜੀ ਤਫਸੀਲ ਤੁਸੀਂ ਦਿੱਤੀ ਹੈ, ਇਹਨਾਂ ਨੇ ਜਿਹੜੀਆਂ ਰਾਹਦਾਰੀ ਦੀਆਂ ਸੜਕਾਂ ਸੀ ਉਹ ਵੀ ਆਪਦੀ ਕੰਸਟਰਕਸ਼ਨ ਵਾਲੇ ਏਰੀਆ ਮਿਲਾ ਗਈਆਂ। ਮੰਤਰੀ ਨੂੰ ਤਾਂ ਕਰੋੜ ਰੁਪਏ ਰੋਜ਼ ਦਾ ਚਾਹੀਦਾ ਹੁੰਦਾ ਹੈ। 15 ਏਕੜ ਦੀਆਂ ਜ਼ਮੀਨਾਂ ਜਿਹਦੇ ਤੇ ਮੰਨ ਲਓ 350 400 ਫਲੈਟ ਬਣ ਗਏ ਤਾਂ ਤੁਸੀਂ 3 ਲੱਖ ਨੂੰ 450 ਗੁਣਾ ਕਰ ਲਓ, ਕਿੰਨਾ ਬਣ ਗਿਆ। ਉਹ ਸਾਰਾ ਪੈਸਾ ਪਹਿਲਾਂ ਦੇਣਾ ਪੈਂਦਾ ਸੀ, ਬਾਅਦ ਚ ਨਹੀਂ ਦਿੰਦੇ। ਉਹਨਾਂ ਨੇ ਕਹਿਤਾ ਜਿਹੜੀ ਸਰਕਾਰ ਦੀ ਫੀਸ ਦੇਣੀ ਹੈ ਉਹ ਤੁਹਾਨੂੰ ਤੁਸੀਂ 5-4 ਸਾਲਾਂ ਲੇਕਿਨ ਹੁਣ ਮੈਂ ਭਗਵੰਤ ਮਾਨ ਜੀ ਨੂੰ ਭੇਜਿਆ, 2 ਰਿਮਾਈਂਡਰ ਵੀ ਲਾਏ ਹੋਏ। ਕੀ ਚੀਜ਼ ਹੈ ਕਾਰਨ ਇਹਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਸਰ 132 ਕਰੋੜ ਰੁਪਈਆ ਪੈਂਡਿੰਗ ਚੱਲ ਰਿਹਾ ਕਈ ਸਾਲਾਂ ਤੋਂ, ਬਿਲਡਰਾਂ ਕੋਲ ਲੈ ਨਹੀਂ ਰਹੇ। ਅੱਛੇ ਪਾਸ ਕਰਾ ਲਈ, ਕਲੋਨੀ ਪਾਸ ਕਰਾ ਲਈ, ਉਹਦਾ ਇਹ ਦੱਸਦਾ ਕਿ 5 ਕਰੋੜ ਰੁਪਈਆ ਇਹਦੀ ਫੀਸ ਹੈ ਜੀ, ਤੁਸੀਂ 50 ਲੱਖ ਹੁਣ ਭਰ ਦਿਓ, ਬਾਕੀ ਕਿਸ਼ਤਾਂ 'ਚ ਭਰ ਦਿਓ। ਉਹ 50 ਹੀ ਭਰਦੇ ਨੇ, ਬਾਕੀ ਕਿਸ਼ਤਾਂ 'ਚ ਭਰਦੇ ਹੀ ਨਹੀਂ। ਬਣਾ ਲਿਆ ਸਾਰਾ ਮਾਲ ਵੇਚ ਕੇ ਭੱਜ ਜਾਂਦੇ ਆ। ਘਰ ਇੱਕ ਇਨਸਾਨ ਲਈ ਬਹੁਤ ਜ਼ਰੂਰੀ ਚੀਜ਼ ਹੈ ਤੇ ਸਾਰੀ ਉਮਰ 'ਚ ਇੱਕ ਆਦਮੀ ਘਰ ਬਣਾ ਲੇ ਤਾਂ ਸਭ ਤੋਂ ਵੱਡੀ ਗੱਲ ਹੋ ਜਾਂਦੀ ਹੈ। ਪਰ ਇਸੇ ਤੇ ਬਿਜ਼ਨਸਮੈਨ ਹਾਵੀ ਹੋ ਚੁੱਕਿਆ ਹੈ ਆਪਦੇ ਸ਼ਾਤਿਰ ਦਿਮਾਗ ਨਾਲ। ਇਹ ਜਿਹੜੇ ਘਰ ਲੈਣ ਜਾਂਦੇ ਨੇ ਸਾਰੀ ਉਮਰ ਦੀ ਕਮਾਈ ਜੋੜ ਕੇ ਕਰ ਲੈਂਦੇ ਨੇ ਤੇ ਉਹ ਗਾਂ ਇਹੋ ਜਿਹੇ ਮੁਫਾਦਾਂ 'ਚ ਉਲਝ ਜਾਂਦੇ ਨੇ, ਇਹੋ ਜਿਹੇ ਸਿਸਟਮ 'ਚ ਉਲਝ ਜਾਂਦੇ ਨੇ ਕਿ ਨਾ ਤਾਂ ਉਹਨਾਂ ਨੂੰ ਘਰ ਹੀ ਮਿਲਦਾ ਤੇ ਨਾ ਜਿਹੜੇ ਲਾਏ ਪੈਸੇ ਮਿਲਦੇ ਨੇ। ਇਹਦੇ ਪਿੱਛੇ ਇੱਕ ਵੱਡਾ ਤੰਤਰ ਕੰਮ ਕਰ ਰਿਹਾ, ਉਹਦੇ 'ਚ ਸਿਆਸਤਦਾਨ ਵੀ ਹੈ, ਪ੍ਰਸ਼ਾਸਨ ਦੇ ਅਧਿਕਾਰੀ ਵੀ ਹੈ। ਇਹ ਜਾਲ ਇੰਨਾ ਵੱਡਾ ਹੈ ਕਿ ਇਸ ਨੂੰ ਤੋੜਨਾ ਬੜਾ ਮੁਸ਼ਕਿਲ ਹੈ। ਇੱਕ ਬੜੀ ਉਦਾਸੀ ਨਾਲ ਕਹਿਣਾ ਪੈ ਰਿਹਾ ਕਿ ਭਾਰਤ ਦੀ ਜਿਹੜੀ ਨਿਆਂ ਪ੍ਰਕਿਰਿਆ ਹੈ ਉਹ ਜ਼ਿਆਦਾ ਕਿੱਸਾ ਕਰਕੇ ਜਾਂ ਜ਼ਿਆਦਾ ਵਸੋਂ ਕਰਕੇ ਬੜੀ ਲੰਬੀ ਚੱਲਦੀ ਹੈ। ਕੋਈ ਨਿਆਂ ਤੇ ਭਰੋਸਾ ਕਰਨ ਜਾਂਦਾ ਨਹੀਂ ਗਾ, ਉਹ ਸਮਾਂ ਲਾਉਣਾ ਚਾਹੁੰਦਾ ਨਹੀਂ। ਜੇ ਆਪਾਂ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਟਵਿਨਸ ਟਾਵਰ, ਉਹਨੂੰ ਮੀਡੀਆ ਦੇ ਵਿੱਚ ਭ੍ਰਿਸ਼ਟਾਚਾਰ ਦੇ ਟਾਵਰ ਗਿਰਾਉਣ ਦੀ ਗੱਲ ਕੀਤੀ ਗਈ ਹੈ ਤੇ ਉਹ ਟਾਵਰ ਇੰਡੀਆ ਦੇ ਵਿੱਚ ਪੂਰੇ ਤਰ੍ਹਾਂ ਛਾਏ ਰਹੇ ਕਿ ਉਹ ਕਿਉਂ ਢਾਏ। ਜਿਹੜਾ 11 ਮੰਜ਼ਿਲਾਂ ਦਾ ਟਾਵਰ ਸੀ ਉਹ 40 ਮੰਜ਼ਿਲਾਂ ਤੱਕ ਕਿਵੇਂ ਪਹੁੰਚ ਗਿਆ। ਹੱਦ ਇੱਥੋਂ ਤੱਕ ਰਹੀ ਭ੍ਰਿਸ਼ਟਾਚਾਰ ਦੀ ਕਿ 2012 ਦੇ ਵਿੱਚ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਹੈ, ਉਧਰ ਕੇਸ ਚੱਲ ਰਿਹਾ, ਇਧਰੋਂ ਮੰਜ਼ਿਲਾਂ 11 ਤੋਂ ਜਾ ਕੇ 32 ਤੇ ਚਲੀਆਂ ਜਾਂਦੀਆਂ। ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਮਾਮਲਾ ਚੱਕਿਆ ਜਾਂਦਾ ਹੈ। 2009 ਦੇ ਵਿੱਚ ਉਹ ਆਮ ਅਧਿਕਾਰੀਆਂ ਕੋਲੇ ਜਾਂਦੇ ਆ, ਫਿਰ ਉਹਦਾ ਪਟੀਸ਼ਨ ਦਾਇਰ ਕਰਦੇ, ਉੱਥੋਂ ਪਟੀਸ਼ਨ ਤੇ ਕੋਈ ਗੱਲ ਨਹੀਂ ਬਣਦੀ। 2012 ਚ ਹਾਈ ਕੋਰਟ ਜਾਂਦੇ ਨੇ, ਉੱਥੋਂ ਵੀ ਕੋਈ ਗੱਲ ਇੰਨੀ ਤਸੱਲੀ ਹੋ ਗਈ। ਫਿਰ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਇਹ ਗੱਲ ਹੁੰਦੀ ਹੈ ਕਿਉਂਕਿ ਜਿਨ੍ਹਾਂ ਨੇ ਸਾਰਾ ਤੰਤਰ ਫੜਿਆ ਹੋਇਆ ਫਿਰ ਉਹ ਆਪਦੀਆਂ ਵਿਰਲਾ ਲੈ ਕੇ ਅੱਗੇ ਚਲੇ ਜਾਂਦੇ ਆ। ਉਹ ਇੱਕ ਮਸਲਾ, ਇੱਕ ਉਦਾਹਰਨ ਬਣਿਆ ਕਿ ਭ੍ਰਿਸ਼ਟਾਚਾਰ ਦੀ ਹੱਦ ਹੈ ਕਿਤੇ, ਉੱਥੇ ਜਾ ਕੇ ਕੁਦਰਤ ਨਾਮ ਦੀ ਚੀਜ਼ ਹੈ ਜਾਂ ਕਾਨੂੰਨ ਨਾਮ ਦੀ ਚੀਜ਼ ਹੈ, ਪਰ ਇਹਦੇ ਲਈ ਲੜਾਈ ਲੰਬੀ ਹੈ। ਇਹੋ ਜਿਹੀ ਲੜਾਈ 'ਚ ਲੱਗੇ ਹੋਏ ਨੇ ਸੁਖਦੇਵ ਸਿੰਘ ਚੌਧਰੀ ਜੀ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਹੋਰੀ ਕਹਿੰਦੇ ਨੇ ਕਿ ਚੰਡੀਗੜ੍ਹ ਦੇ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜੇ ਬੜਾ ਕੁਛ ਦੱਸਿਆ ਪਿਆ, ਵੱਡੇ ਸਿਆਸਤਦਾਨਾਂ ਦੇ ਵੱਡੇ ਫਾਰਮ ਪਏ ਨੇ, ਵੱਡੇ ਬਿਲਡਿੰਗਾਂ ਬਣਾਈਆਂ ਪਈਆਂ ਨੇ। ਆਪਾਂ ਗੱਲ ਕਰਾਂਗੇ ਉਹ ਜਿਹੇ ਟਾਵਰਾਂ ਦੀ ਜੋ ਚੰਡੀਗੜ੍ਹ ਦੇ ਨੇੜੇ ਤੇੜੇ ਬਣ ਰਹੇ ਨੇ, ਬਿਲਡਰ ਉੱਥੇ ਕਿਵੇਂ ਲੁੱਟ ਰਹੇ ਨੇ ਜਾਂ ਲੁੱਟਣ ਦੀ ਕੋਸ਼ਿਸ਼ ਕਰ ਰਹੇ ਜਾਂ ਕਿੰਨੇ ਬੰਦੇ ਲੁੱਟੇ ਗਏ ਨੇ। ਤੇ ਇੱਕ ਮੈਂ ਗੱਲ ਥੋੜੀ ਜਿਹੀ ਹੋਰ ਜੋੜਨਾ ਚਾਹਾਂਗਾ,
ਚੰਡੀਗੜ੍ਹ ਦੇ ਵਿੱਚ ਟੀਵੀ ਟਾਵਰ ਟਾਟਾ ਟਾਵਰਾਂ ਦੀ ਗੱਲ ਚੱਲੀ ਸੀਗੀ, ਜੋ ਸਿੱਧੀ ਵਿਧਾਨ ਸਭਾ ਦੇ ਨੇੜੇ ਜਿਹੜਾ ਇਲਾਕਾ ਪਿਆ ਉੱਥੇ ਬਣਾਏ ਗਏ ਸੀ। ਉੱਥੇ ਵੀ ਸੁਪਰੀਮ ਕੋਰਟ ਤੱਕ ਲੜਾਈ ਲੜਨੀ ਪਈ, ਫਿਰ ਕਿਤੇ ਜਾ ਕੇ ਉਹ ਟਾਵਰਾਂ ਨੂੰ ਰੋਕਿਆ ਗਿਆ। ਯਾਨੀ ਕਿ ਬਿਜ਼ਨਸਮੈਨ ਦਾ, ਸਿਆਸਤ ਦਾ ਤੇ ਦੂਸਰਾ ਅਧਿਕਾਰੀਆਂ ਦਾ ਨੈਕਸਸ ਇਹਨਾਂ ਜੁੜਿਆ ਹੋਇਆ ਹੈ, ਉਹਦੇ ਕਰਕੇ ਇਹਨੂੰ ਤੋੜਨਾ ਬੜਾ ਮੁਸ਼ਕਿਲ ਹੈ, ਤੋੜਨ ਵਾਸਤੇ ਬੜਾ ਲੰਬਾ ਸਮਾਂ ਲੱਗਦਾ ਹੈ। ਤੇ ਇਸ ਲਈ ਉਮਰ ਸਮਰਪਿਤ ਕੀਤੀ ਕਹੀ ਜਾ ਸਕਦੀ ਹੈ ਸੁਖਦੇਵ ਸਿੰਘ ਚੌਧਰੀ ਹੋਰਾਂ ਦੀ। ਉਹ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਤੇ ਚੌਧਰੀ ਸਾਹਿਬ, ਸਕੂਲ ਪੰਜਾਬ 'ਚ ਤੁਹਾਡਾ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਅਸੀਂ ਗੱਲ ਕਰਨੀ ਚਾਹਾਂਗੇ ਕਿ ਤੁਹਾਡੇ ਕੋਲੇ ਬਹੁਤ ਐਸੇ ਮਾਮਲੇ ਆਉਂਦੇ ਨੇ ਜਿੱਥੇ ਘਰ ਲੈਣ ਵਾਲੇ ਲੈਂਦੇ ਨਹੀਂ, ਉਹਨਾਂ ਦਾ ਪੈਸੇ ਦਿੱਤਾ ਖਰਾਬ ਹੋ ਜਾਂਦਾ, ਜਾਂ ਜਿਹੜੇ ਪੈਸੇ ਲਏ ਹੁੰਦੇ ਉਹਨਾਂ ਸੁਵਿਧਾਵਾਂ ਨਹੀਂ ਮਿਲਦੀਆਂ, ਜਾਂ ਉਹ ਕਲੋਨੀ ਹੀ ਅਵੈਧ ਤਰੀਕੇ ਨਾਲ ਬਣ ਰਹੀ ਹੁੰਦੀ ਹੈ। ਤੇ ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਕਿੰਨੇ ਕੇ ਇੱਥੇ ਚੰਡੀਗੜ੍ਹ ਦੇ ਨੇੜੇ ਤੇੜੇ ਜੀਰਕਪੁਰ ਦੇ ਏਰੀਏ ਦੇ ਵਿੱਚ ਕਿੰਨੇ ਕੇ ਬਿਲਡਰ ਨੇ ਜਿਹੜੇ ਇਸ ਕੰਮ 'ਚ ਲੱਗੇ ਹੋਏ ਨੇ, ਤੇ ਕਿਹੜੇ ਮੇਨ ਪ੍ਰੋਜੈਕਟ ਨੇ? ਦੇਖੋ, ਇਹ ਕਰੀਬ ਜਿਹੜੇ ਅਸੀਂ ਇਕੱਲੇ ਜੀਰਕਪੁਰ ਦੀ ਗੱਲ ਕਰੀਏ, ਕਿਉਂਕਿ ਅਗਰ ਤੁਸੀਂ ਗੱਲ ਕਰੋਗੇ ਚੰਡੀਗੜ੍ਹ ਦੇ ਨੇੜੇ, ਤਾਂ ਚੰਡੀਗੜ੍ਹ ਦੇ ਨੇੜੇ ਤਾਂ ਖਰੜ ਵੀ ਆ ਜਾਂਦਾ ਹੈ, ਨਾਇਆਗ੍ਰਾਮ ਵੀ ਆ ਜਾਂਦਾ ਹੈ, ਔਰ ਪੂਰਾ ਜੀਰਕਪੁਰ ਵੀ ਆ ਗਿਆ, ਹੋਰ ਵੀ ਬਹੁਤ ਆ ਜਾਂਦੇ ਨੇ। ਅਸੀਂ ਅਗਰ ਸਿਰਫ ਜੀਰਕਪੁਰ ਦੀ ਗੱਲ ਕਰੀਏ, ਮੈਂ ਛੋਟੇ ਕਸਬੇ ਹਲਕਾ ਡੇਰਾਬੱਸੀ ਹੈ, ਡੇਰਾਬੱਸੀ ਦੇ 3 ਪਾਰਟ, ਲਾਲੜੂ, ਡੇਰਾਬੱਸੀ ਔਰ ਜੀਰਕਪੁਰ। ਔਰ ਮੈਂ ਇਕੱਲੇ ਜੀਰਕਪੁਰ ਦੀ ਗੱਲ ਕਰਾਂ ਤਾਂ ਜੀ, ਜੀਰਕਪੁਰ ਦੇ ਵਿੱਚ ਕਰੀਬ 500 ਦੇ ਕਰੀਬ ਜਿਹੜੇ ਬਿਲਡਰ ਨੇ ਜਿਹੜੇ ਕੰਮ ਕਰ ਰਹੇ ਨੇ ਜੀ, ਜਿਨ੍ਹਾਂ ਚੋਂ ਵੱਡੇ ਕੁਝ ਹਾਈ ਰਾਈਜ਼ ਬਿਲਡਰ ਨੇ ਜਿਹੜੇ ਵੱਡੀਆਂ ਬਿਲਡਿੰਗਾਂ ਬਣਾਉਂਦੇ ਨੇ, ਉਹ ਕੋਈ 50 ਦੇ ਕਰੀਬ ਬਿਲਡਰ ਹੋਣੇ, ਤੇ ਬਾਕੀ 400 ਦੇ ਨਕਲੀ ਬਿਲਡਰ ਜਿਹੜੇ ਆਏ ਸੀ ਜਿਨ੍ਹਾਂ ਨੇ ਸਾਰਾ ਗਲਤ ਕੰਮ ਕੀਤਾ। ਉਹਨਾਂ ਨੇ ਬਿਲਡਰ ਲੋਬੀ ਨੂੰ ਪਰੇਸ਼ਾਨ ਵੀ ਕੀਤਾ ਉਹਨਾਂ ਨੂੰ, ਕਿਉਂਕਿ ਜਿਹੜੇ ਉਹ ਗੈਰ ਕਾਨੂੰਨੀ ਢੰਗ ਨਾਲ ਫਲੈਟ ਬੰਦੇ ਸੀ ਉਹ 70 ਲੱਖ 60 ਲੱਖ ਦੇ ਵਿੱਚ ਵੇਚ ਜਾਂਦੇ ਸੀ, ਔਰ ਇਹਨਾਂ ਨੂੰ ਕੋਸਟ ਕਰਦਾ ਸੀ। 1 ਕਰੋੜ ਰੁਪਏ ਵੇਚਦੇ ਸੀ, ਉਹ 50 ਲੱਖ 'ਚ ਵੇਚ ਜਾਂਦੇ ਸੀ। ਜਿਹੜੇ ਇਹ 50-60 ਲੱਖ 'ਚ ਵੇਚਦੇ ਸੀ, ਉਹ 20 'ਚ ਹੀ ਵੇਚ ਜਾਂਦੇ ਸੀਗੇ ਜੀ। ਤੇ ਉਹ ਕਰਕੇ ਜਿਹੜਾ ਹੈ ਉਹ ਨਜਾਇਜ਼ ਕੰਸਟਰਕਸ਼ਨ ਚੱਲਦੀਆਂ ਰਹੀਆਂ। ਉਹ ਨਜਾਇਜ਼ ਕੰਸਟਰਕਸ਼ਨ ਦੇ ਵਿੱਚ ਅਫਸਰਾਂ ਨੇ ਵੀ ਪੂਰੀਆਂ ਆਪਦੀਆਂ ਜੇਬਾਂ ਭਰੀਆਂ, ਔਰ ਮੰਤਰੀਆਂ ਨੇ ਵੀ ਪੂਰੀਆਂ ਜੇਬਾਂ ਭਰੀਆਂ, ਔਰ ਉਸ ਦੇ ਵਿੱਚ ਜਿਹੜਾ ਸ਼ਹਿਰ ਜਿਹੜਾ ਸੀਗਾ, ਜਿੰਨਾ ਵੀ ਅਸੀਂ ਪੈਰੀਫੇਰੀ ਦੀ ਗੱਲ ਕਰੀਏ ਚੰਡੀਗੜ੍ਹ ਦੀ, ਉਹ ਸਾਰਾ ਨਾਸ ਕਰਤਾ ਇਹਨਾਂ ਲੋਕਾਂ ਨੇ। ਉਹ ਸੜਕਾਂ ਕੋਈ 84 ਫੁੱਟ ਸੜਕਾਂ ਸੀ, ਕੋਈ 100 ਫੁੱਟ ਸੜਕਾਂ ਸੀ। ਉਹ ਸੜਕਾਂ ਵੀ ਜਿਹੜੀਆਂ ਨੇ ਕੋਈ 30 ਫੁੱਟ ਕਰਤੀਆਂ, ਕੋਈ 25 ਫੁੱਟ ਕਰਤੀਆਂ। ਚਲੋ, ਤੁਹਾਡਾ ਕਹਿਣ ਦਾ ਮਤਲਬ ਹੈ ਜਿਹੜੀ ਤਫਸੀਲ ਤੁਸੀਂ ਦਿੱਤੀ ਹੈ, ਇਹਨਾਂ ਨੇ ਜਿਹੜੀਆਂ ਰਾਹਦਾਰ ਜਿਹੜੀਆਂ ਸੜਕਾਂ ਸੀ ਉਹ ਵੀ ਆਪਦੀ ਕੰਸਟਰਕਸ਼ਨ ਵਾਲੇ ਏਰੀਏ ਮਿਲਾ ਲਈਆਂ। ਕਿੰਨੇ ਕੇ ਐਸੇ ਏਰੀਏ ਨੇ ਜਿਹੜੇ ਆਪਾਂ ਜ਼ਿਆਦਾ ਭ੍ਰਸ਼ਟਾਚਾਰ ਫੈਲਾ ਰਹੇ ਨੇ, ਜਾਂ ਜ਼ਿਆਦਾ ਜਿੱਥੇ ਮਾਮਲੇ ਨਜ਼ਰ ਆ ਰਹੇ ਨੇ? ਤੁਸੀਂ ਦੱਸੋ ਨਾ। ਅਸੀਂ ਇਹ ਜੀਰਕਪੁਰ ਦੀ ਗੱਲ, ਅਗਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਹਿੰਦਾ, ਮੈਂ ਸਿਰਫ ਜੀਰਕਪੁਰ ਦੀ ਗੱਲ ਹੀ ਕਰਨਾ ਚਾਹਾਂਗਾ, ਕਿਉਂਕਿ ਹੈ ਤਾਂ ਬਹੁਤ ਵੱਡਾ ਇਹਨਾਂ ਨੇ। ਚਲੋ, ਆਪਾਂ ਤੁਸੀਂ ਇਕੱਲੇ ਇਸੇ ਹਲਕੇ ਦੀ ਗੱਲ। ਜੀਰਕਪੁਰ ਦੇ ਵਿੱਚ ਗੱਲ ਕਰੀਏ ਤਾਂ ਉੱਥੇ ਇੱਕ VIP ਰੋਡ ਤੇ ਇੱਕ ਪੀਰ ਮੁਸ਼ੱਲਾ ਜੀ, 2 ਏਰੀਆ ਸੀ ਜਿਹੜੇ ਬਿਲਕੁਲ ਖਤਮ ਕਰ ਦਿੱਤੇ ਗਏ ਬਿਲਡਰਾਂ ਵੱਲੋਂ, ਜੋ ਬਹੁਤ ਵੱਡੇ ਸੀ, ਬਹੁਤ ਚੌੜੀਆਂ ਸੜਕਾਂ ਵਾਲੇ ਸੀਗੇ ਜੀ। ਜਿੱਥੇ ਮੰਨ ਲਓ 6 ਮੰਜ਼ਿਲ, ਜਿਵੇਂ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਟਵਿਨ ਟਾਵਰਸ ਦੀ, ਵੀ 11 ਪਾਸ, 11 ਤੋਂ 20, 25, 30, 32 ਕਦੋਂ ਪਹੁੰਚ ਗਏ ਪਤਾ ਨਹੀਂ ਲੱਗਿਆ। ਐਵੇਂ ਹੀ ਇੱਕ CCC ਹੈ VIP ਰੋਡ ਤੇ, ਪ੍ਰੋਜੈਕਟ ਵੱਡਾ ਬਣਿਆ, ਉਹ 6 ਮੰਜ਼ਿਲ ਤੋਂ 8 ਕਦੋਂ ਬਣ ਗਿਆ, 9 ਬਣ ਗਿਆ, 11, 12 ਤੇ ਬਣੀ ਜਾਂਦਾ, ਅੱਜ ਵੀ ਬਣੀ ਜਾਂਦਾ। ਉਹ ਹੁਣ ਜਦੋਂ ਸਰਕਾਰ ਚੇਂਜ ਹੋਈ ਹੈ ਤਾਂ ਉਹਨਾਂ ਨੇ ਉਸ ਤੇ ਰੋਕ ਲਾਈ, ਅਫਸਰਾਂ ਨੇ। ਚਲੋ, ਮੈਂ ਤੁਹਾਨੂੰ ਤੇ ਥੋੜਾ ਜਿਹਾ ਰੋਕਦਾ, ਜਿਹੜੀ ਸਰਕਾਰ ਨਵੀਂ ਆਈ ਹੈ ਇਹ ਉਸੇ ਕਰਕੇ ਰੋਕ ਲੇਗੀ? ਦੇਖੋ, ਇੱਕ ਵਾਰ ਤਾਂ ਅਸੀਂ ਇੰਨਾ ਕੁ ਪ੍ਰਭਾਵ ਪਿਆ ਸਰਕਾਰ ਦਾ ਕਿ ਕੰਮ ਰੁਕਿਆ ਜਿਸ ਤਰੀਕੇ ਜਿਸ ਲੈਵਲ ਦੀ, ਕਿਉਂਕਿ ਮੈਂ ਆਵਾਜ਼ ਜਦੋਂ ਚੱਕਦਾ ਸੀ ਮੈਨੂੰ ਪੁਲਿਸ ਨੇ ਬਹੁਤ ਪਰੇਸ਼ਾਨ ਕੀਤਾ ਉਸ ਟਾਈਮ, ਪੋਲੀਟੀਸ਼ੀਅਨ ਦੇ ਕਹਿਣ ਤੇ ਜੀ, ਬਿਲਡਰਾਂ ਦੇ ਕਹਿਣ ਤੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਗਿਆ, ਲੇਕਿਨ ਉਦੋਂ ਸੁਣਵਾਈ ਨਹੀਂ ਸੀ ਇਸ ਤਰੀਕੇ ਨਾਲ। ਹੁਣ ਥੋੜੀ ਸੁਣਵਾਈ ਹੈ। ਇੱਕ ਮੈਨੂੰ ਡਰ ਨਹੀਂ ਕਿ ਮੈਨੂੰ ਅੱਜ ਮੇਰੇ ਤੇ ਝੂਠੇ ਮੁਕੱਦਮੇ ਬਣਨਗੇ, ਕਿਉਂਕਿ ਜਿਹੜੇ ਝੂਠੇ ਮੁਕੱਦਮੇ ਪਹਿਲਾਂ ਬੰਦੇ ਸੀ ਉਹ ਹੁਣ ਘੱਟ ਹੋ ਗਏ ਸਾਡੇ ਵਾਸਤੇ, ਜਿੰਨਾ ਕਿ ਅਸੀਂ ਆਵਾਜ਼ ਹੁਣ ਚੱਕ ਰਹੇ ਹਾਂ। ਔਰ ਹੁਣ ਸਾਡੀ ਜਿਹੜੀ ਗੱਲ, ਜਿੰਨੇ ਕਿ ਮੈਂ ਬਿਲਡਰਾਂ ਦੇ ਖਿਲਾਫ ਬੋਲਿਆ ਵੀ ਜਿਹੜੇ ਗਲਤ ਕੰਮ ਕਰ ਰਹੇ ਨੇ, ਉਹ ਹੁਣ ਜਿਹੜੀ ਲੋਕਲ ਬੋਡੀ ਦੇ ਅਫਸਰ ਨੇ ਉਹ ਰੁਕਵਾ ਵੀ ਰਹੇ ਨੇ। ਚਲੋ, ਕਹਿਣ ਦਾ ਮਤਲਬ ਵੀ ਸਰ ਉੱਪਰਲਾ ਜਿਹੜਾ ਅਗਵਾਈ ਕਰਨ ਵਾਲਾ ਬੰਦਾ ਬਦਲ ਜੇ ਤਾਂ ਮਤਲਬ ਥੱਲੇ ਵੀ ਪ੍ਰਭਾਵ ਪੈਂਦਾ, ਇਹਦਾ ਮਤਲਬ ਉੱਪਰੋਂ ਲੈ ਕੇ ਥੱਲੋਂ ਤੱਕ ਕੰਮ ਚੱਲਦਾ। ਬਿਲਕੁਲ ਜੀ। ਹੁਣ ਤੁਸੀਂ ਮੈਨੂੰ ਇਹ ਦੱਸੋ, ਬਿਲਡਰ ਇਹ ਜਿਹੜੀ ਹੇਰਾ ਫੇਰੀ ਹੈ ਉਹ ਕਿਵੇਂ ਕਰਦੇ ਨੇ? ਫਿਰ ਉਹਦਾ ਅਫਸਰਾਂ ਨਾਲ ਕੀ ਸਿਸਟਮ ਸੈੱਟ ਹੁੰਦਾ? ਕਿਹੜੀਆਂ ਊਣਤਾਈਆਂ ਰੱਖੀਆਂ ਜਾਂਦੀਆਂ ਜਿਹਦੇ ਨਾਲ ਲੱਖਾਂ ਕਰੋੜਾਂ ਕਮਾਉਂਦੇ ਨੇ ਤੇ ਦੂਸਰੇ ਜਿਹੜੇ ਲੈਣ ਵਾਲੇ ਨੇ ਉਲਝਦੇ ਰਹਿੰਦੇ ਨੇ? ਉਹਦੇ ਚ ਤੁਹਾਨੂੰ ਹੁਣ ਇੱਕ ਕਲੋਨੀ ਦਾ ਨਾਮ ਦੱਸਣਾ, ਇੱਕ ਦੇਵ ਭੂਮੀ ਨਾਂ ਦੀ ਕਲੋਨੀ ਹੈ ਜੀ, ਹਾਈ ਗਰਾਊਂਡ, ਜਿੱਥੇ 에ਅਰ ਫੋਰਸ ਦਾ ਬਹੁਤ ਵੱਡਾ ਦੇਖੋ ਇਹਨਾਂ ਸੁਰੱਖਿਆ ਦਾ ਵੀ ਇੰਤਜ਼ਾਮ ਹੁੰਦਾ ਹੈ। ਉੱਥੇ ਕਲੋਨੀ ਕੱਟੀ ਦੇਵ ਭੂਮੀ ਦੇ ਨਾਂ ਤੋਂ, ਜਿਹੜੀ ਕਲੋਨੀ ਦੇ ਉੱਪਰ ਫਲੈਟ ਬਣ ਹੀ ਨਹੀਂ ਸਕਦੇ। ਇੱਕ ਰੂਲ ਹੈ ਕਿ 35 ਫੁੱਟ ਤੋਂ ਘੱਟ ਜੇ ਸੜਕ ਹੈਗੀ ਤਾਂ ਉਹਦੇ ਤੇ ਨਕਸ਼ੇ ਪਾਸ ਹੀ ਨਹੀਂ ਹੋ ਸਕਦੇ। ਅੱਛਾ ਜੀ।
ਉੱਥੇ ਨਕਸ਼ੇ ਪਾਸ ਕਰ ਦਿੱਤੇ ਗਏ, 25 ਫੁੱਟ ਦੀ ਰੋਡ ਤੇ ਨਕਸ਼ੇ ਪਾਸ ਕਰ ਦਿੱਤੇ ਗਏ ਔਰ 30 ਫੁੱਟ ਦੀ ਰੋਡ ਤੇ ਨਕਸ਼ੇ ਪਾਸ ਕਰਤੇ। ਅੱਜ ਉੱਥੇ ਫਲੈਟ ਵੀ ਬਣੇ ਹੋਏ ਨੇ। ਹੁਣ ਜਾ ਕੇ ਮੈਂ ਰੁਕਵਾਏ ਨੇ, ਉਹਦੀਆਂ ਰਜਿਸਟਰੀਆਂ ਬੰਦ ਕਰਵਾਈਆਂ ਨੇ ਔਰ ਹੁਣ ਅਸੀਂ ਰਿਕੁਐਸਟ ਕੀਤੀ ਕਿ ਇਹਨਾਂ ਨੂੰ ਬੰਦ ਕਰ ਦਿਓ ਕਿਉਂਕਿ ਟੁੱਟਣਗੇ। ਲੋਕਾਂ ਅੱਗੇ ਵੀ ਅਸੀਂ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਾਂ ਕਿ ਇਹਨਾਂ ਨੂੰ ਨਾ ਖਰੀਦੋ, ਗਰੀਬਾਂ ਦਾ ਨੁਕਸਾਨ ਹੋ ਜਾਏਗਾ ਕਿਉਂਕਿ ਜਿਹੜੇ ਬੈਂਕ ਨੇ ਲੋਨ ਦੇ ਰਹੇ ਨੇ ਉਹ ਵੀ ਵਿੱਚ ਰਲੇ ਹੋਏ ਨੇ, ਤਹਿਸੀਲਦਾਰ ਰਜਿਸਟਰੀਆਂ ਕਰ ਦਿੰਦਾ ਹੈ ਤੇ ਇਹ ਸਾਰੇ ਲੋਕ ਰਲੇ ਹੁੰਦੇ ਨੇ ਤੇ ਲੁੱਟਣ ਵਾਲੇ ਲੁੱਟੀ ਜਾਂਦੇ ਵਿਚਾਰੇ। ਆਮ ਬੰਦਾ ਜਿਹੜਾ ਹੈ ਉਹ ਲੁੱਟਿਆ ਜਾਂਦਾ ਹੈ ਬਾਹਰ। ਇਹਨਾਂ ਦੀ ਕੀ ਸੈਟਿੰਗ ਹੁੰਦੀ ਹੈ ਆਪਸ ਵਿੱਚ ਤੇ ਆਮ ਬੰਦੇ ਨੂੰ ਕੀ ਨੁਕਸਾਨ ਹੁੰਦਾ ਹੈ? ਆਮ ਬੰਦੇ ਦਾ ਤਾਂ ਦੇਖੋ ਨੁਕਸਾਨ ਹੈ, ਉਹਨੂੰ ਇੱਕ ਨਕਲੀ ਚੀਜ਼ ਮਿਲ ਗਈ। ਅੱਜ ਜੋ ਐਨਓਸੀ ਦਾ ਤੁਸੀਂ ਦੇਖਿਆ ਹੋਵੇਗਾ ਪੂਰੇ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਐਨਓਸੀ ਨਹੀਂ ਮਿਲ ਰਹੀ। ਉਹ ਐਨਓਸੀ ਕਿਉਂ ਨਹੀਂ ਮਿਲ ਰਹੀ? ਅਗਰ ਜੇ ਕੋਈ ਚੀਜ਼ ਚੰਗੀ ਹੈ ਤਾਂ ਉਹਦੀ ਐਨਓਸੀ ਮਿਲੇਗੀ। ਹੁਣ ਜੇ ਕੋਈ ਚੀਜ਼ ਮਾੜੀ ਹੈ ਉਹਦੀ ਐਨਓਸੀ ਕਿਵੇਂ ਮਿਲੇਗੀ? ਉਹ ਫਿਰ ਇਹਨਾਂ ਨੇ ਐਨਓਸੀ ਦਾ ਪੈਸਾ ਬਣਾ ਲਿਆ। ਕਰਦੇ ਕੀ ਨੇ ਕਿ ਜੀ ਕੋਈ ਇੱਕ ਮੰਨ ਲਓ ਫਲੈਟ ਨਹੀਂ ਪਾਸ ਹੋ ਸਕਦੇ, ਉਹ ਕਹਿੰਦੇ ਕੋਈ ਨਹੀਂ ਅਸੀਂ ਕਰ ਦਿੰਦੇ 1000 ਰੁਪਏ। ਤਾਂ ਉਹ 3 ਲੱਖ ਰੁਪਏ ਇੱਕ ਪਲੋਟ ਤੇ ਰੱਖੀ ਸੀ ਰਿਸ਼ਵਤ ਪਹਿਲਾਂ ਕਾਂਗਰਸ ਦੇ ਟਾਈਮ 'ਚ ਕਿ ਅਗਰ ਤੁਸੀਂ 25 ਪਲੋਟ ਪਾਸ ਕਰਨੇ 75 ਲੱਖ ਸਾਨੂੰ ਦਿਓ, ਜੋ ਮਰਜ਼ੀ ਬਣਾਓ ਉਹਦੇ ਤੇ। ਫਿਰ ਉਹ ਬਣਾਉਣ ਲੱਗ ਪੈਂਦੇ ਸੀ। ਕਿਸੇ ਨੇ ਫੜਿਆ, ਅਸੀਂ ਬੋਲਦੇ ਰਹੇ। ਉੱਤੋਂ ਮੰਤਰੀ ਸੀਗਾ, ਮੰਤਰੀ ਨੇ ਅਫਸਰਾਂ ਨੂੰ ਕਹਿ ਰੱਖਿਆ ਸੀ ਵੀ ਤੁਸੀਂ ਪਰਵਾਹ ਨਾ ਕਰੋ, ਇਹਦੀ ਬੋਲੀ ਜਾਣ। ਅਖਬਾਰਾਂ ਚੀਕਦੀਆਂ ਰਹੀਆਂ, ਅਸੀਂ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਕੁਝ ਨਹੀਂ ਛੱਡਿਆ, ਲੇਕਿਨ ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਇਹਨਾਂ ਦੇ ਕਿਸੇ ਤਰੀਕੇ ਦੀ ਕੋਈ ਅਸਰ ਨਹੀਂ ਹੋਇਆ, ਪੈਸੇ ਜਾਂਦੇ ਰਹੇ। ਚਲੋ ਮੈਨੂੰ ਇਹ ਦੱਸੋ ਵੀ ਤੁਸੀਂ ਸਿੱਧਾ ਇਲਜ਼ਾਮ ਲਾ ਰਹੇ ਹੋ ਉਸ ਤੇ, ਕਿਸ ਪੱਧਰ ਦਾ ਅਫਸਰ ਜਾਂ ਮੰਤਰੀ ਤੋਂ ਲੈ ਕੇ ਅਫਸਰ ਤੱਕ ਕੀ ਸੈਟਿੰਗ ਰਹਿੰਦੀ? ਕਿੰਨੇ ਪੈਸੇ ਦਾ ਫੀਸਦੀ ਦੇ ਹਿਸਾਬ ਨਾਲ ਪੈਸਾ ਰਹਿੰਦਾ ਕਿ ਲੱਖਾਂ ਦੇ ਹਿਸਾਬ ਨਾਲ ਪੈਸਾ ਰਹਿੰਦਾ? ਨਹੀਂ ਜੀ, ਇਹਨਾਂ ਦਾ ਸਿਸਟਮ ਹੁੰਦਾ ਜਿਵੇਂ CLU ਕਰਵਾਉਣੀ ਉਹਦਾ ਅਲੱਗ ਰੇਟ ਹੈ। ਐਵਰੇਜ ਕੀ ਰੇਟ ਹੈ? ਐਵਰੇਜ ਪਹਿਲਾਂ ਇਹਨਾਂ ਨੇ ਰੱਖਿਆ ਸੀਗਾ 30,000 ਰੁਪਏ ਪਰ ਫਲੈਟ। ਅੱਛਾ ਜੀ। 30,000 ਤੋਂ ਵੱਧਾ ਉਹ 80 ਹੋ ਗਿਆ, 90 ਹੋ ਗਿਆ, ਪਤਾ ਨਹੀਂ ਲੱਗਿਆ ਕਦੋਂ ਲੱਖ ਰੁਪਏ ਪਲੋਟ ਇਹਨਾਂ ਨੇ ਕਰਤਾ। ਉਹ ਲੱਖ ਦੇ ਵਿੱਚੋਂ ਹੁਣ ਮੈਂ ਨਹੀਂ ਇਹ ਕਰ ਸਕਦਾ ਕਿਉਂਕਿ ਮੈਨੂੰ ਇਸ ਦਾ ਨਹੀਂ ਪਤਾ ਮੰਤਰੀ ਕੋਲ ਕਿੰਨੇ ਜਾਂਦੇ ਸੀਗੇ, ਵਿੱਚ ਦੇ ਜਿਹੜੇ ਸੀ ਡਾਇਰੈਕਟਰ ਸੈਕਟਰੀ ਸਾਰੇ ਸੀਗੇ ਜੀ ਵਿੱਚ ਰਲੇ ਹੋਏ ਸੀਗੇ। ਚਲੋ ਸਾਰੇ ਰਲੇ ਨੇ। ਐਵਰੇਜ ਕਿੰਨੇ ਕੇ ਪੈਸੇ ਦੀ ਰਿਸ਼ਵਤ ਜਾ ਵੜਦੀ ਹੈ? ਮੰਡ ਤਾਂ ਲੈਂਦੀ ਹੋਣੀ। ਵੜਦੀ ਜੀ ਮਹੀਨੇ ਦੇ ਜਿਹੜਾ ਸੀਗਾ ਸਾਨੂੰ ਜਿਹੜਾ ਇਹ ਸੀਗਾ ਕਿ ਮੰਤਰੀ ਨੂੰ ਤਾਂ ਕਰੋੜ ਰੁਪਏ ਰੋਜ਼ ਦਾ ਚਾਹੀਦਾ ਹੁੰਦਾ ਹੈ। ਕਰੋੜ ਰੁਪਏ? ਕਰੋੜ ਰੁਪਏ ਦਾ ਘੱਟੋ ਘੱਟ ਰੋਜ਼ ਦਾ ਚਾਹੀਦਾ ਰੋਜ਼ ਦਾ ਚਾਹੀਦਾ ਕਿਉਂਕਿ ਇਹ ਇੱਕ ਮੈਂ ਤੁਹਾਨੂੰ ਹੁਣ ਜੇ ਬਿਲਡਿੰਗਾਂ ਦਿਖਾਵਾਂਗਾ 15-15 ਏਕੜ ਦੀਆਂ ਜ਼ਮੀਨਾਂ ਜਿਹਦੇ ਤੇ ਮੰਨ ਲਓ 350 400 ਫਲੈਟ ਬਣ ਗਏ ਤਾਂ ਤੁਸੀਂ 3 ਲੱਖ ਨੂੰ 450 ਗੁਣਾ ਕਰ ਲਓ ਕਿੰਨਾ ਬਣ ਗਿਆ। ਔਰ ਸਾਰਾ ਪੈਸਾ ਪਹਿਲਾਂ ਦੇਣਾ ਪੈਂਦਾ ਸੀ, ਬਾਅਦ ਚ ਨਹੀਂ ਦਿੰਦੇ। ਉਹਨਾਂ ਨੇ ਕਹਿਤਾ ਜਿਹੜੀ ਸਰਕਾਰ ਦੀ ਫੀਸ ਦੇਣੀ ਹੈ ਉਹ ਤੁਹਾਨੂੰ ਤੁਸੀਂ 5-4 ਸਾਲ ਨਾ ਭਰੋ, ਮੇਰੇ ਵਾਲੇ ਸਾਡੇ ਵਾਲੇ ਪੈਸੇ ਪਹਿਲਾਂ ਦੇ, ਸਾਡੇ ਪਹਿਲਾਂ ਰੱਖ ਦਿਓ। ਪਹਿਲਾਂ ਲੈਂਦੇ ਐਡਵਾਂਸ। ਆ ਮੇਰੇ ਕੋਲ ਇੱਕ ਫਾਈਲ ਹੈ, ਹਾਂ ਦੇਖੋ, ਇਹ ਮੈਂ ਤੁਹਾਨੂੰ ਇੱਕ ਫਾਈਲ ਦਿਖਾਣਾ ਜਿਹੜੀ ਮੈਂ CM ਇਸ ਤੋਂ ਪਹਿਲਾਂ ਦੇ CM ਨੂੰ ਵੀ ਬਹੁਤ ਦਿੱਤੀਆਂ ਸੀ ਪਰ ਉਹਨਾਂ ਨੇ ਰੱਦੀ ਦੇ ਟੁਕੜੇ ਉਹ ਬਣਾ ਕੇ ਛੱਡਤਾ ਸੀ। ਲੇਕਿਨ ਹੁਣ ਮੈਂ ਭਗਵੰਤ ਮਾਨ ਜੀ ਨੂੰ ਭੇਜਿਆ, 2 ਰਿਮਾਈਂਡਰ ਵੀ ਲਾਏ ਉਹਦੇ। ਕੀ ਚੀਜ਼ ਦਾ ਕਾਰਨ ਬਿੱਟੀ? ਇਹਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਸਰ 132 ਕਰੋੜ ਰੁਪਈਆ ਪੈਂਡਿੰਗ ਚੱਲ ਰਿਹਾ ਕਈ ਸਾਲਾਂ ਤੋਂ, ਬਿਲਡਰਾਂ ਕੋਲ ਲੈ ਨਹੀਂ ਰਹੇ। ਅੱਛਾ। ਪ੍ਰੋਪਰਟੀ ਟੈਕਸ ਤਾਂ ਹੋਰ ਅੱਡ ਬਹੁਤ ਹੈਗਾ, ਲੇਕਿਨ ਈਡੀਸ ਦੇ ਰੂਪ 'ਚ ਅਸੀਂ ਕੀ ਕਰਦੇ, ਨਕਸ਼ੇ ਪਾਸ ਕਰਾਉਣ ਲਈ, ਕਲੋਨੀ ਪਾਸ ਕਰਾ ਲਈ, ਉਹਦਾ ਇਹ ਦੱਸਦਾ ਕਿ 5 ਕਰੋੜ ਰੁਪਈਆ ਇਹਦੀ ਫੀਸ ਹੈ ਜੀ। ਤੁਸੀਂ 50 ਲੱਖ ਹੁਣ ਭਰ ਦਿਓ, ਬਾਕੀ ਕਿਸ਼ਤਾਂ 'ਚ ਭਰ ਦਿਓ। ਉਹ 50 ਹੀ ਭਰਦੇ ਨੇ, ਬਾਕੀ ਕਿਸ਼ਤਾਂ 'ਚ ਭਰਦੇ ਹੀ ਨਹੀਂ। ਬਣਾ ਲਿਆ ਸਾਰਾ ਮਾਲ ਵੇਚ ਕੇ ਭੱਜ ਜਾਂਦੇ ਆ। ਔਰ ਉਸ ਤੋਂ ਦੂਜਾ ਪ੍ਰੋਜੈਕਟ ਬਣਾ ਲਿਆ, ਉਹਦੇ ਵਿੱਚ ਫਿਰ 10% ਭਰਿਆ, ਫਿਰ ਭੱਜ ਗਏ। ਔਰ ਅਸੀਂ ਉਹਦੇ ਵਾਸਤੇ 3-4 ਸਾਲ ਤੋਂ ਲੜ ਰਹੇ ਵੀ ਉਹਨਾਂ ਤੋਂ ਪੈਸੇ ਕਿਉਂ ਨਹੀਂ ਲੈ ਰਹੇ। ਹੁਣ ਜਾ ਕੇ ਜਿਹੜਾ ਹੈ ਥੋੜਾ ਜਿਹਾ ਅਸੀਂ ਜਦੋਂ CM ਸਾਹਿਬ ਨੂੰ 2-3 ਵਾਰੀ ਰਿਮਾਈਂਡਰ ਵੀ ਪਾਏ ਤਾਂ ਉਹਨਾਂ ਨੇ ਇਸ ਤੇ ਕਾਰਵਾਈ ਸ਼ੁਰੂ ਕੀਤੀ। ਔਰ ਮੈਂ ਅਫਸਰਾਂ ਦੇ ਨਾਮ ਵੀ ਲਿਖੇ ਨੇ। ਅਫਸਰਾਂ ਦੇ ਨਾਮ ਕਿਹੜੇ ਨਾਮ ਨੇ ਮੈਂ ਲਿਖੇ? ਜਿਰਪੁਰ ਦੇ ਦੋਸ਼ੀ ਅਫਸਰਾਂ ਦੇ ਨਾਮ। EO ਸੰਦੀਪ ਤਿਵਾੜੀ ਸੀਗਾ ਜੀ ਇੱਥੇ ਪਹਿਲਾਂ, ਇੱਕ ਗਰੀਸ਼ ਵਰਮਾ ਜੀ ਦਾ ਨਾਮ ਸੀ ਜਿਹੜੇ EO ਸੀਗੇ, ME ਮੁਕੇਸ਼ ਰਾਏ ਸੀਗਾ, ਵਿਨੇ ਮਹਾਜਨ ਹੈ। ਇਹਨਾਂ ਵਿੱਚ 2 ਵਿਕਟਰ ਸੰਧੂ JC ਔਰ ਲਖਵੀਰ ਸਿੰਘ ਬਿਲਡਿੰਗ ਇੰਸਪੈਕਟਰ, ਜਿਨ੍ਹਾਂ ਦੀ ਅੱਜ ਵੀ ਪੂਰੀਆਂ ਪ੍ਰਾਪਰਟੀਆਂ ਉਵੇਂ ਚੱਲ ਰਹੀਆਂ ਨੇ। ਹੁਣ ਉਹਨਾਂ ਦੀਆਂ ਇੱਕ ਮੈਂ EO ਦੀਆਂ ਪ੍ਰਾਪਰਟੀਆਂ ਵਿਜੀਲੈਂਸ ਨੂੰ ਦਿੱਤੀਆਂ 150 ਕਰੋੜ ਰੁਪਏ ਦੀ, ਉਹ 150 ਤੋਂ 400-500 ਕਰੋੜ ਪਹੁੰਚ ਚੁੱਕੀ ਹੈ। ਉਹਦਾ ਰਿਜ਼ਲਟ ਸ਼ਾਇਦ ਜਲਦੀ ਆ ਜਾਏਗਾ। ਉਹਦੇ ਤੇ ਸ਼ਿਕੰਜਾ ਜਿਸ ਤਰੀਕੇ ਨਾਲ ਕੱਸਿਆ ਗਿਆ। ਤੇ ਇਹ ਜਿੰਨੇ ਵੀ ਨੇ ਦੋਸ਼ੀ, ਇਹਨਾਂ ਦੋਸ਼ੀਆਂ ਨੂੰ ਵੀ ਅਸੀਂ ਛੱਡਦੇ ਨਹੀਂ। ਔਰ ਇਹ ਇਸ ਤਰੀਕੇ ਦਾ ਇਹਨਾਂ ਨੇ ਕੰਮ ਕੀਤਾ ਹੈ ਕਿ ਕੰਮ ਕਰਨ ਦਾ ਤਰੀਕਾ ਕੀ ਸੀ ਇਹਨਾਂ ਦਾ? ਤਰੀਕਾ ਕੀ ਸੀਗਾ ਕਿ ਇਹਨਾਂ ਨੂੰ ਬਿਲਡਰਾਂ ਨੇ ਕਹਿਤਾ ਕਿ 10% ਜਿਵੇਂ ਭਰਤਾ ਜੀ, 10% ਭਰਨ ਤੋਂ ਬਾਅਦ ਉਹ ਕਹਿੰਦੇ ਬਾਕੀ ਤੁਹਾਨੂੰ ਪੈਸੇ ਭਰਨ ਦੀ ਲੋੜ ਨਹੀਂ। ਹੁਣ ਉਹਦੇ ਤੇ ਦੇਣਾ ਤਾਂ ਪਊਗਾ, ਸਰਕਾਰ ਦਾ ਪੈਸਾ ਤਾਂ ਦੇਣਾ ਹੀ ਪੈਣਾ। ਲੇਕਿਨ ਉਹਨਾਂ ਨੂੰ ਇਹ ਛੂਟ ਕਰਤੀ ਕਿ ਜਿਹੜਾ ਪੈਸਾ ਤੁਹਾਨੂੰ ਮਾਰਕੀਟ 'ਚੋਂ 3% ਤੇ ਮਿਲਦਾ ਹੈ, 3 ਦਾ ਮਤਲਬ 36%, ਜਾਂ ਤੁਹਾਨੂੰ 42% 40% ਤੇ ਮਿਲਦਾ ਹੈ, ਤੁਹਾਨੂੰ ਆ 10% ਵਾਲਾ ਤੇ ਹੀ ਦੇਤਾ। ਤੁਹਾਨੂੰ ਜਿਹੜਾ ਤੁਸੀਂ 4 ਕਰੋੜ ਭਰਨਾ ਸੀ ਨਾ ਭਰੋ, ਤੁਹਾਨੂੰ ਵਿਆਜ ਹੀ ਲੱਗ ਜੂ ਨਾ। ਵਿਆਜ 1% ਭਰਨੀ, ਉਹਨਾਂ ਬਿਲਡਰ ਨੂੰ 1% ਭਰਨੀ ਕੋਈ ਔਖੀ ਨਹੀਂ ਲੱਗਦੀ। ਉਹ ਵੀ 4 ਸਾਲਾਂ ਬਾਅਦ ਜਾ ਕੇ ਭਰਨੀ ਹੈ। ਉਹਦੇ ਵਿੱਚ ਵੀ
ਇਹ ਉਮੀਦ ਕਰਦੇ ਨੇ ਕਿ ਵਨ ਟਾਈਮ ਸੈਟਲਮੈਂਟ ਹੋ ਜਾਏਗੀ, ਸਾਡੀਆਂ ਜਿਹੜੀਆਂ ਜੁਰਮਾਨੇ ਸਾਰੇ ਮਾਫ ਹੋ ਜਾਂਦੇ ਨੇ। ਚਲੋ ਇਹ ਸਰਕਾਰ ਨੂੰ ਚੂਨਾ ਲਾਉਣ ਵਾਲੀ ਗੱਲ ਹੋ ਗਈ, ਬਿਲਕੁਲ ਜੀ। ਹੋਰ ਕਿਹੜੀਆਂ ਗੱਲਾਂ ਨੇ? ਹੋਰ ਨੇ ਜਿਵੇਂ ਹੁਣ ਟਾਵਰਾਂ ਦੀ ਗੱਲ ਹੈ ਜੀ, ਦੇਖੋ ਲੋਕਾਂ ਤੁਸੀਂ ਬਾਬਾ ਗੈਰ ਰਸਮੀ ਗੱਲ ਕਰ ਰਹੇ, ਤੁਸੀਂ ਕਹਿੰਦੇ 20 ਦੇ ਕਰੀਬ ਟਾਵਰ ਜਿਹੜੇ ਆਸੇ-ਪਾਸੇ 20 ਟਾਵਰ ਨੇ। ਮੈਂ ਤੁਹਾਨੂੰ ਇੱਕ ਰਾਇਲ ਮੋਤੀਆ ਸਿਟੀ ਹੈ, ਇੱਕ ਮੇਨ ਰੋਡ ਦੀ ਮੈਂ ਗੱਲ ਕਰ ਰਿਹਾ, ਹਾਈਵੇ, ਨੈਸ਼ਨਲ ਹਾਈਵੇ ਦੇ ਉੱਪਰ। ਉਹਨਾਂ ਨੇ ਚਲੋ ਜੋ ਮੋਤੀਆ ਗਰੁੱਪ ਸੀ ਉਹਨੇ ਆਪਦਾ ਮਾਲ ਵੇਚਤਾ, ਕਿਸੇ ਨੂੰ ਪ੍ਰਾਪਰਟੀ ਦੇ ਦਿੱਤੀ। ਉਹਨਾਂ ਨੇ ਕੀਤਾ ਕਿ ਸੜਕ ਤੇ ਪਾਰਕ ਦੇ ਉੱਪਰ ਟਾਵਰ ਬਣਾਉਣੇ ਸ਼ੁਰੂ ਕਰਤੇ ਲੋਕਾਂ ਸੜਕ ਦੇ ਉੱਤੇ? ਹਾਂ, ਆਪਣੀ ਜਿਹੜੀ ਅੰਦਰ ਦੀ ਸੜਕਾਂ ਜਿਹੜੀਆਂ ਉਹਨਾਂ ਨੇ ਸੜਕਾਂ ਛੱਡੀਆਂ ਹੁੰਦੀਆਂ ਨੇ, 40 ਫੁੱਟ ਹੈ, ਉਹਦੇ ਨਾਲ ਪਾਰਕ ਹੈ, ਉਹਨੂੰ ਛੇੜ ਨਹੀਂ ਸਕਦੇ। ਸੁਪਰੀਮ ਕੋਰਟ ਦਾ ਇਹ ਆਰਡਰ ਹੈ ਇਸ ਮਾਮਲੇ 'ਚ ਕਿ ਜਿਹੜੇ ਤੁਸੀਂ ਫਲੈਟ ਕੇ ਪਹਿਲੇ ਬੰਦੇ ਨੂੰ ਦੇਤਾ, ਉਹਨੂੰ ਦੱਸਤਾ ਕਿ ਇੱਥੇ ਤੁਹਾਡੀ ਪਾਰਕ ਹੋਏਗੀ, ਇੱਥੇ ਪੂਲ ਹੋਏਗਾ, ਇੱਥੇ ਤੁਹਾਨੂੰ ਧੁੱਪ ਆਏਗੀ, ਤੇ ਧੁੱਪ ਨਹੀਂ ਆਣੀ, ਉਸ ਨੂੰ ਤੁਸੀਂ ਛੇੜ ਨਹੀਂ ਸਕਦੇ। ਲੇਕਿਨ ਇਹ ਕੀ ਕਰਦੇ ਨੇ, ਇਹ ਬਿਲਡਰ ਜਿਹੜੇ ਨੇ, ਈਓ ਜਿਹੜਾ ਅਸੀਂ ਇਹਦੀ ਗੱਲ ਹੀ ਕਰਦੇ ਹਾਂ, ਐਗਜ਼ੀਕਿਊਟਿਵ ਆਫਿਸਰ ਜਿਹੜਾ ਹੁੰਦਾ ਹੈ ਲੋਕਲ ਬਾਡੀ ਦਾ, ਉਹੀ ਮਾਲਕ ਹੁੰਦਾ ਉੱਥੋਂ ਦਾ। ਉਹ ਕਹਿੰਦਾ ਕਿ ਤੂੰ ਜੋ ਮਰਜ਼ੀ ਬਣਾ, ਲੋਕਾਂ ਨੂੰ ਸੰਭਾਲਣਾ ਉਹਦਾ ਕੰਮ ਹੈ, ਪੱਤਰਕਾਰਾਂ ਨੂੰ ਸੰਭਾਲਣਾ ਉਹਦਾ ਕੰਮ ਹੈ ਹੀ ਉਹਦਾ। ਉਹ ਕਿਸੇ ਨੂੰ ਬੋਲਣ ਨਹੀਂ ਦਿੰਦਾ, ਔਰ ਉਹ ਪਾਰਕ ਦੇ ਵਿੱਚ ਟਾਵਰ ਖੜਾ ਕਰ ਦਿੰਦੇ ਨੇ। ਲੋਕ ਰੋਂਦੇ ਰਹਿੰਦੇ ਨੇ ਕਿ ਸਾਡੇ ਘਰਾਂ ਦੇ ਅੱਗੇ ਟਾਵਰ ਕਿਉਂ ਖੜਾ ਕਰਦੇ, ਜਿੱਥੇ ਪਾਰਕ ਸੀ ਉੱਥੇ ਕਿਵੇਂ ਖੜਾ ਕਰਤਾ। ਹਾਂ, ਦਿੱਲੀ ਦੇ ਵਿੱਚ ਵੀ ਟਵਿਨ ਟਾਵਰ ਦਾ ਇਹੀ ਰੌਲਾ। ਭ੍ਰਸ਼ਟਾਚਾਰੀ ਦੇ ਚੱਲਦੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਈ। ਹਾਈਲੈਂਡ ਪਾਰਕ ਦਾ ਵਿੱਚ ਐਵੇਂ ਲਗਾਤਾ, ਇੱਕ ਇਹਨਾਂ ਨੇ ਇੱਥੋਂ ਕਰਤਾ, ਤੁਸੀਂ ਜਦੋਂ ਜ਼ਿਕਰ ਕਰ ਰਹੇ ਰਾਇਲ ਮੋਤੀਆ ਸਿਟੀ ਦਾ ਕਰਤਾ। ਇਸ ਤੋਂ ਇਲਾਵਾ ਹੋਰ ਬਹੁਤ ਨੇ, ਲਿਸਟਾਂ ਹੋਣਗੀਆਂ, ਮੈਂ ਤੁਹਾਨੂੰ ਲਿਸਟਾਂ ਪੂਰੀਆਂ ਪੇਸ਼ ਕਰਾਂਗਾ। ਇੱਕ ਦੋ ਐਸੇ ਨੇ ਜਿੰਦੇ ਅਸੀਂ ਹਾਈ ਕੋਰਟ ਦੇ ਕੇਸ ਵੀ ਪਾਇਆ, ਲੇਕਿਨ ਸੁਪਰੀਮ ਜਿਹੜੇ ਆਪਣੇ ਮਾਨਨੀय ਕੋਰਟ ਵੱਲੋਂ ਮੈਨੂੰ ਕੁਝ ਐਸੀਆਂ ਮੇਰੇ ਤੇ ਪਾਬੰਦੀਆਂ ਲਗਾਈਆਂ ਗਈਆਂ ਨੇ ਕਿ ਮੈਂ ਉਹਨਾਂ ਦਾ ਨਾਮ ਨਹੀਂ ਲੈ ਸਕਦਾ। ਲੇਕਿਨ ਉਹ ਵੀ ਅਲਟੀਮੇਟਲੀ ਹੋਰ ਮਹੀਨੇ 2 ਮਹੀਨੇ 'ਚ ਉਹ ਵੀ ਰਿਜ਼ਲਟ ਉਹਨਾਂ ਦਾ ਵੀ ਆਏਗਾ, ਕਿਉਂਕਿ ਕੋਰਟ ਤੇ ਸਾਨੂੰ ਵਿਸ਼ਵਾਸ ਹੈ, ਕੋਰਟ ਛੱਡਦੀ ਨਹੀਂ, ਔਰ ਸਰਕਾਰ ਵੀ ਸਾਨੂੰ ਵਧੀਆ ਆ ਗਈ। ਤੁਸੀਂ ਹੁਣ ਤੁਹਾਡੇ ਕਹਿਣ ਦੇ ਮੁਤਾਬਕ ਇਹ ਸਰਕਾਰ ਪਿਛਲੀ ਸਰਕਾਰ ਨਾਲੋਂ ਕੰਮ ਅੱਛਾ ਕਰ ਰਹੀ ਹੈ, ਤੇ ਤੁਹਾਡੀ ਜਿਹੜੀ ਗੱਲ ਸੁਣੀ ਜਾ ਰਹੀ ਹੈ। ਹੁਣ ਤੁਸੀਂ ਇੱਕ ਆਪਾਂ ਗੈਰ ਰਸਮੀ ਇੱਕ ਹੋਰ ਵੀ ਗੱਲ ਕਰ ਰਹੇ ਸੀ ਕਿ ਜਿਹੜੇ ਪਰਲ ਕੰਪਨੀ ਦੀ ਜ਼ਮੀਨ ਤੇ ਕੁਝ ਚੀਜ਼ਾਂ ਬਣਾਈਆਂ ਜਾ ਰਹੀਆਂ। ਹਾਂਜੀ, ਮੈਂ ਬਹੁਤ ਮਤਲਬ ਮੈਂ ਇਹ ਨਹੀਂ ਕਹਿ ਸਕਦਾ ਮੈਂ ਬੋਲਿਆ, ਮੈਂ ਕੁਰਲਾਇਆ। ਮੈਂ ਪਹਿਲੀਆਂ ਸਰਕਾਰਾਂ ਨੂੰ ਵੀ ਇਹ ਕੰਮ ਗੜਬੜ ਹੋਈ ਜਾਂਦਾ, ਲੋਕ ਮਰਨਗੇ। 1.25 ਕਰੋੜ ਦਾ ਫਲੈਟ ਹੈ ਜਿਹੜਾ ਪਰਲ ਗਰੁੱਪ ਦੀ ਜ਼ਮੀਨ ਨਾਲ ਛੇੜਛਾੜ ਕਰਕੇ, ਉਹਦੀ ਤਕਸੀਮ ਗਲਤ ਕਰਕੇ, ਜਿਹੜੀ ਜ਼ਮੀਨ ਫਰੰਟ ਤੇ ਆਉਂਦੀ ਪਿੱਛੇ ਕਰ ਦਿੱਤੀ ਗਈ, ਔਰ ਉਹਦੇ ਉੱਤੇ ਟਾਵਰ ਪਹਿਲਾਂ ਬਣਾ ਦਿੱਤੇ ਗਏ। ਔਰ ਇਹ ਲੋਕ ਵਿਚਾਰੇ ਇਹਨਾਂ ਨੂੰ ਪਤਾ ਨਹੀਂ, ਅਣਜਾਣ ਲੋਕ ਨੇ, ਬਾਹਰੋਂ ਆਉਂਦੇ ਨੇ, 1.25 ਕਰੋੜ ਰੁਪਏ ਤਾਂ 80 ਲੱਖ ਦਿੱਤਾ ਵੀ ਬਾਕੀ ਬਾਅਦ 'ਚ ਦੇ ਦਿਆਂਗੇ, ਤੇ ਉਹ ਲੁੱਟੇ ਜਾਣਗੇ। ਇਹ ਟੁੱਟ ਰਹੇ ਨੇ ਅਲਟੀਮੇਟਲੀ, ਕਿਉਂਕਿ ਉਹ ਐਕਸ ਪਾਰਟੀ ਹੈ, ਉਹ ਜੇਲ੍ਹ 'ਚ ਨੇ, ਔਰ ਸਰਕਾਰ, ਇਹ ਲੋਕਾਂ ਦਾ ਪੈਸਾ ਹੈ। ਜਿਹੜੀ ਇਹ ਜ਼ਮੀਨ ਸੀ, ਨਹੀਂ ਜਿਹੜੀ ਤੁਸੀਂ ਕਹਿੰਦੇ ਸੀ ਵੀ ਜ਼ਮੀਨ ਅਗਲੀ ਤੇ ਪਿਛਲੇ ਨਾਂ ਤੇ, ਕਿਵੇਂ ਥੋੜਾ ਤਕਸੀਮ ਹੁੰਦੀ ਜਿਵੇਂ ਕੀ ਹੁੰਦਾ ਕਿ ਜਿਵੇਂ ਅਸੀਂ ਸਾਡੀ ਸਾਂਝੀ ਜ਼ਮੀਨ ਹੈ ਕਿਤੇ ਵੀ ਪਈ ਜੀ, ਅਸੀਂ ਉਹਦੇ ਵਿੱਚ ਅਸੀਂ ਮੁਸ਼ਤਰਕਾ ਖਾਤੇ 'ਚ ਅਸੀਂ ਤਕਸੀਮ ਕਰਾਣੀ ਹੈ ਕਿ ਤੇਰੀ ਜ਼ਮੀਨ ਕਿਹੜੀ ਹੈ, ਮੇਰੀ ਜ਼ਮੀਨ ਕਿਹੜੀ ਹੈ ਜੀ। ਹੁਣ ਉਹ ਜ਼ਮੀਨ ਅੱਗੇ ਜਿਹੜੀ ਸੀ ਸਾਰੀ ਪਰਲ ਗਰੁੱਪ ਦੀ ਸੀ, ਭੰਗੂ ਦੀ ਸੀ। ਅੱਛਾ, ਪਿੱਛੇ ਪਿੱਛੇ ਸੀ ਬਿਲਡਰ ਦੀ ਜ਼ਮੀਨ ਖਰੀਦੀ। ਬਿਲਡਰ ਨੇ ਤਹਿਸੀਲਦਾਰ ਨੂੰ ਕਿਹਾ ਕਿ ਤਕਸੀਮ ਕਰ ਦੇ, ਕਿ ਮੇਰੀ ਜ਼ਮੀਨ ਅੱਗੇ ਕਰ ਦੇ, ਉਹਦੀ ਪਿੱਛੇ ਕਰ ਦੇ। ਅੱਛਾ। ਬਾਕੀ ਤਹਿਸੀਲਦਾਰਾਂ ਨੇ ਤਾਂ ਮਨਾ ਕਰਤਾ, ਲੇਕਿਨ ਇੱਕ ਤਹਿਸੀਲਦਾਰ ਸੀ ਸ਼ੇਰਗਿੱਲ, ਉਹਨੇ ਆਪਣਾ ਕਿਹਾ ਕਿ ਤੂੰ ਮੈਨੂੰ ਤਾਂ ਖਜ਼ਾਨਾ ਇੰਨਾ ਚਾਹੀਦਾ ਹੈ, ਇਹ ਦੇ ਦੇ ਤੇ ਮੈਂ ਤੇ ਤਕਸੀਮ ਕਰ ਦੇਣਾ। ਔਰ ਉਹਨਾਂ ਨੇ ਸੁਸ਼ਮਾ ਦੇ 2 ਪ੍ਰੋਜੈਕਟ, ਇੱਕ ਗ੍ਰੀਨ ਲੋਟਸ ਉਤਸਵ ਦਾ, ਇੱਕ ਐਸਕੋਨ ਪ੍ਰਾਈਮਰਾ, ਜਿਹੜੇ ਨਾਮ ਇਹਨਾਂ ਨੇ ਮਾਲਵਾ ਪ੍ਰੋਜੈਕਟ ਰੱਖਿਆ, ਜੋ ਵੀ ਰੱਖਿਆ ਜੀ। ਇਹਨਾਂ ਨੇ 에ਅਰਪੋਰਟ ਦੀ ਮੇਨ ਰੋਡ ਜਿੱਥੇ 20 ਕਰੋੜ ਰੁਪਏ ਏਕੜ ਦਾ ਲੈਣ ਅੱਜ ਦੇ ਰੇਟ ਦਾ, ਉਹ ਸਾਰੀ ਜ਼ਮੀਨ ਆਪਦੇ ਨਾਂ ਕਰਾਤੀ, ਔਰ ਉਹ ਤਕਸੀਮ ਕਰਕੇ ਉਹਨਾਂ ਦੇ ਪਿੱਛੇ ਜਿਹੜੀ ਪਹਿਲਾਂ ਹੀ ਫਰਾਡ ਦੇ ਨਾਲ ਚੱਲ ਰਹੀ ਕੰਪਨੀ। ਲੇਕਿਨ ਸਰਕਾਰਾਂ ਨੇ ਪਹਿਲਾਂ ਨਹੀਂ ਕੀਤਾ, ਸਭ ਨੂੰ ਪਤਾ ਸੀ। ਹੁਣ ਭਗਵੰਤ ਮਾਨ ਨੇ ਸਪੈਸ਼ਲ ਉਸ ਦਿਨ ਵੀਡੀਓ ਦੀ ਆਈ ਕਿ ਪਰਲ ਗਰੁੱਪ ਦੀ ਜਿੰਨੀ ਜ਼ਮੀਨ ਹੈ ਉਹਦੇ ਨਾਲ ਕਿਸੇ ਨੇ ਛੇੜਛਾੜ ਕੀਤੀ, ਕਿਸੇ ਨੂੰ ਛੱਡਿਆ ਨਹੀਂ ਜਾਏਗਾ, ਲੋਕਾਂ ਦੇ ਪੈਸੇ ਵਾਪਸ ਦਿਵਾਏ ਜਾਣਗੇ। ਹੁਣ ਸਾਨੂੰ ਉਮੀਦ ਹੈ ਕਿ ਲੋਕ ਸ਼ਾਇਦ ਬਚ ਜਾਣ, ਕਿਉਂਕਿ ਰੁਪਈਆ ਉਹਨਾਂ 'ਚ ਲੱਗ ਚੁੱਕਿਆ ਬਹੁਤ ਜ਼ਿਆਦਾ ਹੁਣ। ਚਲੋ, ਹੋਰ ਕੋਈ ਖਾਸ ਕੇਸ ਜਿਹਦਾ ਤੁਸੀਂ ਜ਼ਿਕਰ ਕਰਨਾ ਚਾਹੋ, ਜੇ ਇੱਕ ਵਾਰ ਥੋੜਾ ਜਿਹਾ ਦਰਸ਼ਕਾਂ ਨੂੰ ਇਹ ਕਲੀਅਰ ਕਰੋ ਕਿ ਜਿਹੜਾ ਇਹ ਚੱਲ ਰਿਹਾ ਗੋਰਖ ਧੰਦਾ, ਇਹਦੇ 'ਚ ਆਪਾਂ ਜੇ ਈਅਰਲੀ ਤੇ ਪਰ ਮੰਥਲੀ ਸਰਕਾਰ ਨੂੰ ਕਿੰਨਾ ਲਾਸ ਪੈਂਦਾ ਹੈ, ਕਿੰਨੇ ਕੁ ਲੋਕ ਠੱਗੇ ਜਾਂਦੇ ਨੇ ਮਹੀਨਿਆਂ ਦੇ ਵਿੱਚ, ਇਹ ਥੋੜਾ ਜਿਹਾ ਕੋਈ ਐਸਟੀਮੇਟ ਅੰਦਾਜ਼ਨ ਦੱਸ ਸਕਦੇ ਹੋ? ਮੈਂ ਤੁਹਾਨੂੰ ਜਿੱਥੋਂ ਤੱਕ ਲੋਕਾਂ ਨੁਕਸਾਨ ਹੋਇਆ ਹੈ ਗਵਰਨਮੈਂਟ ਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਹੈ, ਕਿਉਂਕਿ ਅਨਆਥੋਰਾਈਜ਼ਡ ਕਲੋਨੀਆਂ ਪਾਸ ਕੀਤੀਆਂ ਗਈਆਂ, ਜਿੱਥੇ CLU ਦੇ ਪੈਸੇ ਜਾਣੇ ਸੀ ਜ਼ਿਆਦਾ, ਉਹ ਗਏ ਨਹੀਂ। ਇਨਫਰਾਸਟ੍ਰਕਚਰ ਦਾ ਸਭ ਤੋਂ ਵੱਡਾ ਲਾਸ ਹੋਇਆ ਹੈ, ਜਿੱਥੇ 10,000 ਫਲੈਟ ਬਣਨੇ ਚਾਹੀਦੇ ਸੀ ਉੱਥੇ 30,000 ਫਲੈਟ ਬਣ ਗਏ, ਕਿਉਂਕਿ ਗਵਰਨਮੈਂਟ ਨੂੰ ਨਹੀਂ ਦੱਸਿਆ ਗਿਆ। ਚਲੋ, ਕਾਨੂੰਨ ਜਿਹੜੇ ਤੋੜੇ ਐਸਟੀਮੇਟਡ ਆਪਾਂ ਨੂੰ ਰਕਮ ਦਾ ਅੰਦਾਜ਼ਾ ਕਰ ਸਕਦੇ ਹਾਂ ਕੋਈ ਮਾਲੀਏ ਦਾ? ਉਹਦੇ 'ਚ ਮੈਂ ਪਹਿਲੇ ਵੀ ਤੁਹਾਨੂੰ ਇੱਕ ਬਣਾ ਕੇ ਲੈ ਕੇ ਆਇਆ ਸੀਗਾ ਕਿ ਉਹਦੇ ਵਿੱਚ ਕਾਰਨ ਕੀ ਹੁੰਦਾ ਜੀ, ਉਹ ਰਿਲੇਟ ਮੈਂ ਇਹਦੇ ਨਾਲ ਹੀ ਕਰ ਰਿਹਾ, ਖਰਚੇ ਨਾਲ ਹੀ, ਕਿ ਜਿਹੜੀ ਤੁਸੀਂ 10,000 ਫਲੈਟ ਬਣਨੇ ਸੀ, 10,000 ਫਲੈਟ ਵਾਸਤੇ ਇੱਕ ਸੀਵਰ ਲਾਈਨ ਪੈਂਦੀ ਹੈ,
ਇੰਨੀ ਸੀਵਰ ਲਾਈਨ ਪੈਗੀ, ਇੰਨਾ ਬਿਜਲੀ ਦਾ ਉੱਥੇ ਸਿਸਟਮ ਲੱਗੇਗਾ, ਲੇਕਿਨ 10 ਦੀ ਥਾਂ ਤੇ ਬਣ ਗਏ 3000, ਜਦ ਕਿ ਉਹ ਸਾਰੇ ਇਲੀਗਲ ਬਣ ਗਏ। ਬਿਜਲੀ ਡਿਪਾਰਟਮੈਂਟ ਨੂੰ ਨਹੀਂ ਪਤਾ। ਯਾਨੀ ਕਿ 10 ਸੀਗੇ ਉਹ ਚੋਂ 2 ਗੁਣਾ ਅਨਲੀਗਲ, 3 ਗੁਣਾ ਬਣੇ ਨੇ ਜੀ। 3 ਗੁਣਾ, ਹਾਂ 3 ਗੁਣਾ ਉਹ ਬਣਾਤੇ ਜੀ। 3 ਗੁਣਾ। ਲੋਕਾਂ ਦਾ ਨੁਕਸਾਨ ਹੁਣ ਕੀ ਹੈ ਜੀ? ਲੋਕਾਂ ਨੂੰ ਜਿਹੜੀ ਚੀਜ਼, ਜਿਹੜਾ ਪ੍ਰੋਜੈਕਟ ਜਦੋਂ ਲੈਂਦੇ ਨੇ, ਉਹ ਇੱਕ ਘਰ ਹੈ, ਉਹ ਘਰ ਨੂੰ ਸਰਕਾਰ ਨੇ ਕਿਹਾ ਕਿ ਘਰ ਵਿਕ ਨਹੀਂ ਸਕਦਾ, ਘਰ ਵਿਕੇਗਾ ਸਿਰਫ ਇੱਕ ਯੂਨਿਟ ਹੈ ਉਹ, ਲੇਕਿਨ ਉਹ ਯੂਨਿਟ 3 ਬਣਾ ਕੇ ਵੇਚ ਦਿੰਦੇ ਆ, ਉਹਨਾਂ ਨੂੰ ਗਲਤ ਗਾਈਡ ਕਰਕੇ ਰਜਿਸਟਰੀ ਕਰਵਾ ਦਿੰਦੇ ਨੇ। ਯੂਨਿਟ ਕਿਵੇਂ? ਯੂਨਿਟ ਜਿਵੇਂ ਇੱਕ ਘਰ ਹੈ, ਜਿਵੇਂ ਅਸੀਂ ਆਪਾਂ ਚੰਡੀਗੜ੍ਹ ਚ ਹਾਂ, ਚੰਡੀਗੜ੍ਹ ਤੁਹਾਨੂੰ ਅਲਾਉਡ ਕਰਤਾ ਕਿ ਤੁਸੀਂ 3 ਮੰਜ਼ਿਲ ਬਣਾ ਸਕਦੇ ਹੋ ਜੀ, ਲੇਕਿਨ ਉਹ 3 ਮੰਜ਼ਿਲ ਤੁਹਾਡਾ ਘਰ ਹੈ ਇੱਕ, ਤੁਸੀਂ ਉਹ ਇੱਕ ਯੂਨਿਟ ਹੈ, ਉਹ ਇੱਕ ਯੂਨਿਟ ਹੈ, ਪੂਰਾ ਇੱਕ ਯੂਨਿਟ ਬਣਾ ਸਕਦੇ ਹੋ ਤੁਸੀਂ, ਉਹਦੇ 3 ਯੂਨਿਟ ਨਹੀਂ ਬਣਾ ਸਕਦੇ ਵੀ ਤੁਸੀਂ ਇੱਕ ਅਲੱਗ-ਅਲੱਗ ਫਲੋਰ ਲੋਕਾਂ ਨੂੰ ਨਹੀਂ ਵੇਚ ਸਕਦੇ। ਜੀ ਜੀ, ਉਹ ਅਲੱਗ-ਅਲੱਗ ਫਲੋਰ ਵੇਚ ਦਿੰਦੇ ਆ। ਉਹਨਾਂ ਨੇ ਵੇਚਤਾ, ਲੇਕਿਨ ਲੋਕ, ਗਵਰਨਮੈਂਟ ਨੂੰ ਨਹੀਂ ਪਤਾ, ਗਵਰਨਮੈਂਟ ਉਹਨਾਂ ਨੂੰ ਨੋਟਿਸ ਕੱਢ ਰਹੀ ਹੈ ਕਿ ਇਹ ਨਹੀਂ ਬਣਨੇ ਚਾਹੀਦੇ, ਅਗਰ ਬਣ ਰਹੇ ਤਾਂ ਕਾਨੂੰਨੀ ਕਾਰਵਾਈ ਕਰ ਦਿਓ। ਨੋਟਿਸ ਨੋਟਿਸ ਖੇਲੀ ਜਾਂਦੇ ਸੀ ਆਪਸ 'ਚ, ਤੇ ਪੈਸੇ ਕਿਉਂਕਿ ਸਭ ਕੋਲ ਪਹੁੰਚਦੇ ਸੀ, ਜਿਹੜੀ ਗਰਾਊਂਡ ਲੈਵਲ ਤੇ ਕਿਸ ਤਰੀਕੇ ਦੀ ਕਾਰਵਾਈ ਨਹੀਂ, ਉਹ ਲੋਕ ਫਸ ਗਏ। ਲੋਕਾਂ ਨੂੰ ਵਿਚਾਰਿਆਂ ਨੂੰ, ਜਿਨ੍ਹਾਂ ਨੇ 50 ਲੱਖ ਦਾ ਫਲੈਟ ਲਿਆ ਸੀ, ਅੱਜ ਉਹਨਾਂ ਨੂੰ NOC ਨਹੀਂ ਮਿਲ ਰਹੀ, ਉਹਨਾਂ ਦਾ 30 ਦਾ ਰਹਿ ਗਿਆ। ਚਲੋ ਹੁਣ ਆਪਾਂ ਇਸ ਗੱਲ ਤੋਂ ਸਾਹਮਣੇ ਆਏ ਆ ਕਿ ਇਸ ਕਲਿੱਕ ਦਰ ਕਲਿੱਕ ਆਪਾਂ ਪਰ ਜਾਣ ਤੋਂ ਪਤਾ ਲੱਗਿਆ ਕਿ ਜਿਹੜੀਆਂ ਅਫਸਰ ਨੇ, ਸਿਆਸਤਦਾਨ ਨੇ, ਉਹ ਨਾਲ ਮਿਲੇ ਹੋਏ ਨੇ, ਜਿਹੜੀ ਕਾਇਦਿਆਂ 'ਚ ਬਿਰਲਾ ਨੇ ਜਾਂ ਕਾਨੂੰਨਾਂ 'ਚ ਬਿਰਲਾ ਨੇ, ਉਸ ਨੂੰ ਇਸਤੇਮਾਲ ਕਰਦੇ ਨੇ। ਬਿਲਕੁਲ, ਤੇ ਉਹ ਇਸਤੇਮਾਲ ਕਰਕੇ ਇਹ ਤੁਹਾਨੂੰ ਮੈਂ ਇੱਕ ਚੀਜ਼ ਦਿਖਾਣਾ ਜੀ, 2 ਚੀਜ਼ਾਂ ਮੈਂ ਹੋਰ ਤੁਹਾਨੂੰ ਡਿਟੇਲ 'ਚ ਕਰਨਾ। ਇਹ ਮੈਂ ਕੰਪਲੇਂਟ ਕੀਤੀ ਸੀ ਤੇ ਉਸ ਤੋਂ ਬਾਅਦ ਉਧਰ ਕੈਮਰੇ, ਹਾਂਜੀ, ਇਹ ਕੰਪਲੇਂਟ ਕਰਨ ਤੋਂ ਬਾਅਦ ਇਹ ਵਿਜੀਲੈਂਸ, ਜਿਹੜੀ ਲੋਕਲ ਬਾਡੀ ਦੀ ਆਪਣੀ ਵਿਜੀਲੈਂਸ ਹੁੰਦੀ ਹੈ, ਇੱਕ ਸਟੇਟ ਵਿਜੀਲੈਂਸ, ਇੱਕ ਡਿਪਾਰਟਮੈਂਟ ਦੀ ਵਿਜੀਲੈਂਸ। ਡਿਪਾਰਟਮੈਂਟ ਦੀ ਵਿਜੀਲੈਂਸ ਨੇ ਇਹ ਡੇਟ ਵੀ ਲਿਖੀ ਹੋਈ ਹੈ ਤੇ 27 ਦਸੰਬਰ 2019 ਜੀ, ਇਹਨਾਂ ਨੇ ਇੱਕ ਆਰਡਰ ਕੀਤਾ ਸੀਗਾ ਕਿ ਜਿਹੜੀ ਇੱਕ ਉੱਥੇ ਇੱਕ ਬਾਲੀਵੁੱਡ ਹਾਈ 2 ਦੇ ਸਾਹਮਣੇ ਪਾਰਕ ਸੀ, ਪਾਰਕ ਦੇ ਉੱਤੇ ਦੁਕਾਨਾਂ ਬਣਾ ਦਿੱਤੀਆਂ ਗਈਆਂ ਵੀ ਇਹ ਜਿੰਨੇ ਦੁਕਾਨਾਂ ਬਣਾਈਆਂ ਨੇ, ਮੈਨੂੰ ਟਾਈਮ ਲੱਗ ਗਿਆ ਪੜ੍ਹ ਕੇ, ਮੈਂ ਤੁਹਾਨੂੰ ਬਰੀਫ ਦੱਸ ਦਿੰਦਾ। ਉਹਨਾਂ ਨੇ ਕਿਹਾ ਬਰੀਫ 'ਚ ਦੱਸੋ। ਜਿਹੜੀ ਇਹ ਦੁਕਾਨਾਂ ਬਣੀਆਂ ਨੇ, ਇਹਦੇ ਅੱਗੇ ਦੀਵਾਰ ਉੱਚੀ ਹੋਣੀ ਚਾਹੀਦੀ, ਦੀਵਾਰ ਉੱਚੀ ਕਰੋ। ਇਹਦੇ ਮੂੰਹ ਅੰਦਰਲੇ ਪਾਸੇ ਸੀ, ਇਹ ਬਾਹਰ ਕਿਉਂ ਕੀਤੇ ਨੇ? ਇਹਦੀਆਂ ਜਿਹੜੀਆਂ ਬੇਸਮੈਂਟ ਸੀ ਸਾਰੀਆਂ ਬੰਦ ਕਰੋ। ਜਿੰਨੇ ਵੀ ਅਧਿਕਾਰੀ ਰਿਸਪੌਂਸੀਬਲ ਸੀ ਉਹਨਾਂ ਦੇ ਨਾਮ ਦਿਓ, ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਏਗੀ। ਲੇਕਿਨ ਅੱਜ ਤੱਕ ਮੈਂ 7 ਰਿਮਾਈਂਡਰ ਇਹਨਾਂ ਨੂੰ ਦੇ ਚੁੱਕਿਆ, ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਕਿਹੜੇ ਸਾਲ ਦੀ ਗੱਲ ਹੈ? ਇਹ 19 ਦੀ ਗੱਲ ਹੈ ਜੀ, ਦਸੰਬਰ 2019 ਦੀ ਗੱਲ ਹੈ। 3 ਸਾਲ ਹੋ ਗਏ, ਇਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਉਹ ਦੁਕਾਨਾਂ ਅੱਗੇ ਦੇ ਅੱਗੇ ਬਿਲਡਰ ਨੇ ਵੇਚੀਆਂ ਔਰ ਅੱਜ ਵੀ ਉਹ ਦੁਕਾਨਾਂ ਉੱਥੇ ਚੱਲ ਰਹੀਆਂ ਨੇ ਜੀ। ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ VIP ਰੋਡ, ਜਿੱਥੇ ਬਹੁਤ ਕੰਜਸਟਿਡ, ਜਿਹਨੂੰ ਨਾਮ VIP ਰੋਡ ਦਿੱਤਾ, ਕੰਜਸਟਿਡ ਏਰੀਆ, ਉੱਥੇ ਸ਼ਾਮ ਨੂੰ ਪੂਰਾ ਰਸ਼ ਲੱਗ ਜਾਂਦਾ ਹੈ। ਦੁਕਾਨਾਂ ਉੱਥੇ ਰੋਡ ਤੇ ਇਲੀਗਲ ਬਣਾਤੀਆਂ। ਇਹ VIP ਰੋਡ ਹੈ ਕਿੱਥੇ? ਜਦੋਂ ਆਪਾਂ ਮੇਨ ਰੋਡ ਤੋਂ ਜਾਂਦੇ ਹਾਂ, ਇਹ ਨੈਸ਼ਨਲ ਹਾਈਵੇ ਦੇ ਉੱਪਰ ਹੈ ਜੀ, ਅਜੀਤਪੁਰ ਰੋਡ ਤੇ। ਹਾਂਜੀ, ਨੈਸ਼ਨਲ ਹਾਈਵੇ ਚੰਡੀਗੜ੍ਹ ਤੋਂ ਜਦੋਂ ਅਸੀਂ ਅੰਬਾਲਾ ਰੋਡ ਤੇ ਜਾ ਰਹੇ ਹਾਂ, ਜੀ। ਇੱਕ ਔਰਬਿਟ ਅਪਾਰਟਮੈਂਟ ਹੈ। ਔਰਬਿਟ ਅਪਾਰਟਮੈਂਟ, ਇਹਨਾਂ ਲੋਕਾਂ ਦੀ ਪਾਰਕਿੰਗ ਦੀ ਥਾਂ ਨੂੰ ਬਿਲਡਰ ਨੇ ਕੀ ਕੀਤਾ ਜੀ, ਉਹਦੀ ਜਿਹੜੀ ਜਗ੍ਹਾ ਸੀਗੀ, ਮੰਨ ਲਓ ਬਾਉਂਡਰੀ ਵਾਲ ਸੀ, ਅੰਦਰ ਪਾਰਕਿੰਗ ਸੀ, ਉਹ ਪਾਰਕਿੰਗ ਵਾਲੀ ਥਾਂ ਨੂੰ, ਬਾਉਂਡਰੀ ਵਾਲ ਨੂੰ ਸਿੱਧਾ ਕਰਨ ਦੀ ਬਜਾਏ ਅੰਦਰੋਂ ਟੇਢਾ ਲੈ ਕੇ ਉਹ ਜਿਹੜੀਆਂ ਪਾਰਕਿੰਗ ਥਾਂ ਤੇ ਦੁਕਾਨਾਂ ਬਾਹਰ ਨੂੰ ਸੜਕ ਤੇ ਕਰਤੀਆਂ। ਉਹ ਵਿਚਾਰੇ ਇੰਨੇ ਕਲਪੇ, ਲੇਕਿਨ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਅੱਜ ਤੱਕ ਵੀ ਉਹ ਦੁਕਾਨਾਂ ਸੜਕ ਵਾਲੇ ਪਾਸੇ ਨਿਕਲੀਆਂ ਨੇ। ਉਹ ਘੱਟੋ ਘੱਟ 500 ਗਜ ਦੀ ਥਾਂ, ਉਹ ਜਿਹੜੀ ਸਰਕਾਰ ਅੰਦਰ ਦੀ ਸੀਗੀ, ਉਹਨੂੰ ਬਾਹਰ ਕਰ ਦਿੱਤਾ ਗਿਆ ਔਰ ਉਹਦੀਆਂ ਘੱਟੋ ਘੱਟ 15 ਦੁਕਾਨਾਂ ਬਣਾ ਦਿੱਤੀਆਂ ਗਈਆਂ। ਉੱਥੇ ਜਾਮ ਲੱਗਦਾ ਹੈ ਔਰ ਉਹ ਕਿੰਨੀਆਂ ਕੰਪਲੇਂਟਸ ਕੀਤੀਆਂ ਰੈਜ਼ੀਡੈਂਟਸ ਨੇ, ਲੇਕਿਨ ਉਹਨਾਂ ਦੀ ਕਿਸੇ ਤਰੀਕੇ ਦੀ ਕੋਈ ਸੁਣਵਾਈ ਨਹੀਂ ਹੋਈ। ਜਿਹੜਾ ਉਹਨਾਂ ਨੂੰ ਪਾਰਕਿੰਗ ਫ੍ਰੀ ਮਿਲਣੀ ਚਾਹੀਦੀ ਸੀ, ਬਿਲਡਰ ਨੇ ਉਹਦਾ ਕਰੀਬ ਜ਼ਿਆਦਾ ਤਾਂ 10 ਕਰੋੜ ਰੁਪਏ ਵਟ ਲਿਆ ਉਹ ਦੁਕਾਨਾਂ ਦਾ। ਚਲੋ, ਕਹਿਣ ਦਾ ਮਤਲਬ ਇਹ ਹੈ ਕਿ ਬਿਲਡਰ ਯਾਨੀ ਬਿਜ਼ਨਸਮੈਨ, ਸਿਆਸਤਦਾਨ ਜਿਹੜਾ ਲੋਕਾਂ ਦਾ ਨੁਮਾਇੰਦਾ ਹੈ, ਤੇ ਪ੍ਰਸ਼ਾਸਨਿਕ ਅਧਿਕਾਰੀ, ਜਿਨ੍ਹਾਂ ਨੇ ਦੋਨਾਂ ਚੀਜ਼ਾਂ ਨੂੰ ਰੈਗੂਲੇਟ ਕਰਨਾ ਹੈ, ਇੰਪਲੀਮੈਂਟ ਕਰਨਾ ਹੈ, ਅਮਲ 'ਚ ਲਿਆਉਣਾ ਹੈ, ਇਹ ਤਿੰਨੇ ਬੰਦੇ ਮਿਲ ਜਾਂਦੇ ਨੇ ਤੇ ਆਮ ਲੋਕਾਂ ਦਾ ਹਾਲ ਇਹ ਹੈ ਜਿਹੜਾ ਤੁਸੀਂ ਦੱਸਿਆ। ਹੁਣ ਤੁਸੀਂ ਥੋੜਾ ਜਿਹਾ ਇੱਕ ਸੰਖੇਪ 'ਚ ਦੱਸਣਾ ਕਿ ਆਮ ਜਿਹੜਾ ਸਧਾਰਨ ਆਦਮੀ ਹੈ ਜਿਹਨੇ ਘਰ ਲੈਣਾ, ਉਹ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖੇ ਜਿਹੜਾ ਉਹ ਇਸ ਮਾਮਲੇ 'ਚ ਫਸੇ ਨਾ। ਮੈਂ ਹਰ ਵਾਰੀ ਇੱਕ ਬੇਨਤੀ ਕਰਦਾ ਹੁੰਦਾ, ਮੈਂ ਤੁਹਾਡੇ ਚੈਨਲ ਰਾਹੀਂ ਵੀ ਉਹਨਾਂ ਅੱਗੇ ਅਪੀਲ ਕਰਾਂਗਾ ਕਿ ਜਦੋਂ ਵੀ ਤੁਸੀਂ 50 ਲੱਖ 60 ਲੱਖ 70 ਲੱਖ ਕਰੋੜ ਰੁਪਏ ਲਗਾਉਂਦੇ ਹੋ, ਇੱਕ 2000 ਵਕੀਲ ਨੂੰ ਦੇ ਦਿਆ ਕਰੋ, ਕਿਸੇ ਵੀ ਐਡਵੋਕੇਟ ਨੂੰ ਦੇ ਕੇ। ਆਪਣਾ ਤੁਹਾਡਾ ਹਰ ਇੱਕ ਦਾ ਅੱਜ ਕੱਲ੍ਹ ਐਡਵੋਕੇਟ ਕਿਤਨਾ ਕਿਤੇ ਹੁੰਦਾ ਹੈ, ਉਸ ਐਡਵੋਕੇਟ ਨੂੰ 2000 ਦੇ ਕੇ ਕਿ ਤੂੰ ਪੇਪਰ ਚੈੱਕ ਕਰ ਲੈ। ਔਰ ਸੁਪਰੀਮ ਕੋਰਟ ਦੇ ਵੀ ਆਰਡਰ ਨੇ, ਰੇਰਾ ਦੇ ਵੀ ਆਰਡਰ ਨੇ ਵੀ ਕੋਈ ਵੀ ਅਗਰ ਫਲੈਟ ਬੰਦਾ ਬਾਇਰ ਪ੍ਰਾਪਰਟੀ ਖਰੀਦਦਾ ਹੈ, ਉਸ ਨੂੰ ਹੱਕ ਹੈ ਉਸ ਪ੍ਰਾਪਰਟੀ ਦੀ ਹਰ ਪੇਪਰ ਵੇਖਣ ਦਾ। ਉਹ ਦੇਖ ਸਕਦਾ ਹੈ, ਐਡਵੋਕੇਟ ਦੇਖੇ, ਅਗਰ ਐਡਵੋਕੇਟ ਦੇਖਦਾ ਉਹਨੂੰ ਸਾਰੇ ਪੇਪਰ ਠੀਕ ਲੱਗਦੇ ਤਾਂ ਪ੍ਰਾਪਰਟੀ ਲਓ।
ਲੇਕਿਨ ਚਲੋ। ਲੋਕ ਬਚਾਉਂਦੇ ਆ 2000 ਬਚਾਉਣ ਵਾਸਤੇ ਆਪਣਾ 50 ਲੱਖ ਰੁਪਏ ਦਾ। ਚਲੋ ਕਹਿਣ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਦੇਖੋ ਕਿਤੇ ਤਾਂ ਇਹ ਗੱਲ ਸਿੱਧੀ ਆਉਣੀ ਚਾਹੀਦੀ ਸੀ, ਇਹ 'ਚ ਕੋਈ ਹੇਰਾਫੇਰੀ ਨਹੀਂ ਹੋਣੀ ਚਾਹੀਦੀ। ਜੇ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਚੰਗੀ ਤਰ੍ਹਾਂ ਅਮਲ 'ਚ ਲਿਆਉਂਦੇ ਹੋਏ ਫਿਰ ਇੱਕ ਕਾਨੂੰਨੀ ਜਾਣਕਾਰ ਨੂੰ ਨਾਲ ਲੈ ਕੇ ਹੋਰ ਖਰਚ ਕਰਕੇ ਸਧਾਰਨ ਆਦਮੀ ਵਾਸਤੇ ਇੱਕ ਮੁਸ਼ਕਲ ਖੜੀ ਹੋਗੀ, ਕਿਉਂਕਿ ਇਹਨਾਂ ਦਾ ਮਾਫੀਆ ਬੜਾ ਵੱਡਾ ਹੈ। ਤੇ ਇੱਕ ਤੁਸੀਂ ਲਾਸਟ ਇੱਕ ਥੋੜੀ ਜਿਹੀ ਗੱਲ ਦੱਸੋ ਕਿ ਇਹ ਜਿਹੜਾ ਨੈਕਸਸ ਚੱਲਿਆ ਆ ਰਿਹਾ ਹੈ, ਇਹ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ, ਇਹ ਟੁੱਟਣ ਦੀ ਕੋਈ ਉਮੀਦ ਜਗੀ ਹੈ ਜਾਂ ਇਹ ਕਿਵੇਂ ਟੁੱਟ ਸਕਦਾ ਹੈ? ਉਹ ਇਹ ਚੱਲ ਰਿਹਾ 12-15 ਸਾਲ ਤੋਂ ਇਸ ਏਰੀਆ ਚੱਲ ਰਿਹਾ ਸੀਗਾ, ਹੋਰ ਵੀ ਪਹਿਲਾਂ ਕਿਤੇ ਚੱਲਦਾ ਹੋਵੇ, ਇੱਥੇ 15 ਸਾਲ ਤੋਂ ਚੱਲ ਰਿਹਾ ਜੀ। ਪਿਛਲੇ 5-7 ਸਾਲ ਤੋਂ ਜ਼ਿਆਦਾ ਹੋ ਗਿਆ। ਇਹ ਟੁੱਟਣ ਦਾ ਕਾਰਨ ਜਿਹੜਾ ਸੀਗਾ, ਦੇਖੋ ਸਰਕਾਰ ਦੀ ਜੇਕਰ ਇੱਕ ਮੰਤਰੀ ਹੈ, ਮੁੱਖ ਮੰਤਰੀ ਹੈ ਤੇ ਮੰਤਰੀ ਹੈ, ਜੇ ਇੱਕ ਮੁੱਖ ਮੰਤਰੀ ਤੇ ਮੰਤਰੀ ਚਾਹੇ ਵੀ ਨਹੀਂ ਹੋਏਗਾ ਤਾਂ ਕੁਝ ਨਹੀਂ ਹੋ ਸਕਦਾ ਉੱਥੇ। ਅਸੀਂ ਸਮਝਦੇ ਇਸ ਗੱਲ ਨੂੰ। ਚਲੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਨੁਮਾਇੰਦੇ ਅਸੀਂ ਚੁਣ ਕੇ ਭੇਜਦੇ ਆ, ਉਹ ਸਾਨੂੰ ਵੋਟ ਦਾ ਅਧਿਕਾਰ ਜੋ ਬੜੀ ਮੁਸ਼ਕਿਲ ਨਾਲ ਮਿਲਿਆ ਹੈ, ਉਸ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਦੇ ਦੇਖ ਕੇ ਬੰਦੇ ਚੁਣਨੇ ਚਾਹੀਦੇ ਨੇ। ਮੈਂ ਵੀ ਇੱਕ ਵਾਰੀ ਪਹਿਲਾਂ ਇੱਕ ਹੋਰ ਇੰਟਰਵਿਊ 'ਚ ਗੱਲ ਕਰ ਚੁੱਕਿਆ ਕਿ ਉਹ ਕਹਿੰਦੇ ਸੀਗੇ ਤੁਹਾਡੇ ਨੂੰ, ਕਹਿੰਦੇ ਮੈਂ ਜਦੋਂ ਆਪਦੀ ਗੱਲ ਕਰਨ ਜਾਂਦਾ ਤਾਂ ਪਹਿਲਾਂ ਮੁੱਖ ਮੰਤਰੀ ਦੇ ਦਫ਼ਤਰੋਂ ਫੋਨ ਆ ਜਾਂਦਾ ਸੀ, ਭਾਈ ਤੂੰ ਕਰਨ ਕੀ ਆਇਆ? ਬਿਲਕੁਲ। ਜਿਹੜੇ ਅਧਿਕਾਰੀ ਬੈਠੇ ਸੀ ਉਹਨੂੰ ਜਾਣਕਾਰੀ ਦੇਣੀ ਹੁੰਦੀ ਸੀ ਤਾਂ ਉਹਨੂੰ ਕਹਿੰਦੇ ਭਾਈ ਕੋਈ ਗੱਲ ਨਹੀਂ, ਤਾਂ ਕੰਮ ਹੀ ਚੱਲਣਾ। ਚਲੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਨੁਮਾਇੰਦੇ ਨੇ ਸਾਡੇ, ਜਿਹਨਾਂ ਨੂੰ ਅਸੀਂ ਚੁਣ ਕੇ ਭੇਜਦੇ ਹਾਂ, ਉਹ ਉੱਪਰਲੀਆਂ ਸੀਟਾਂ ਤੇ ਜਾ ਕੇ ਬਹਿ ਜਾਂਦੇ ਤੇ ਉਹ ਸਾਡੀ ਜਿਹੜੇ ਕਹਿੰਦੇ ਆ ਕਿ ਤੁਹਾਡੀ ਸੇਵਾ ਕਰਾਂਗੇ, ਤੇ ਉਹ ਕਿਹੜੀ ਤਰ੍ਹਾਂ ਦੀ ਸੇਵਾ ਕਰਦੇ ਆ ਤੁਸੀਂ ਧਿਆਨ 'ਚ ਦਿਹਾਤਾ ਸਾਨੂੰ। ਇਹ ਸਨ ਸੁਖਦੇਵ ਸਿੰਘ ਚੌਧਰੀ ਜੀ, ਜਿਹੜੇ ਲੰਬੇ ਸਮੇਂ ਤੋਂ ਇਸ ਲਾਈਨ 'ਚ ਲੱਗੇ ਹੋਏ ਨੇ ਕਿ ਲੋਕਾਂ ਨੂੰ ਜਿਹੜੇ ਘਰ ਹੈ ਬੜੀ ਮੁਸ਼ਕਿਲ ਨਾਲ ਸਾਰੀ ਉਮਰ 'ਚ ਆਦਮੀ ਬਣਾਉਂਦਾ, ਕਿ ਉਹਦੇ 'ਚ ਵੀ ਹੇਰਾਫੇਰੀ ਹੋ ਰਹੀ ਹੈ, ਉਹਨੂੰ ਫਿਰ ਅਦਾਲਤਾਂ 'ਤੇ ਜਾਣਾ ਪੈਂਦਾ, ਉਹਨੂੰ ਅਫਸਰਾਂ ਦੇ ਦਫ਼ਤਰਾਂ ਦੇ ਗੇੜੇ ਕੱਢਣੇ ਪੈਂਦੇ। ਉਹ ਇੱਕ ਤਾਂ ਪਹਿਲਾਂ ਪੈਸੇ ਉੱਥੇ ਲਾਏ ਹੁੰਦੇ, ਫਿਰ ਜਾ ਕੇ ਦਫ਼ਤਰ ਵੀ ਜਾ ਕੇ ਪੈਸੇ ਦੇਣੇ ਪੈਂਦੇ ਆ। ਹੱਲ ਫਿਰ ਵੀ ਹੋਵੇ ਨਾ ਹੋਵੇ ਜਾਂ ਉਹਨੂੰ ਚੁੱਪ ਕਰਕੇ ਬੈਠਣਾ ਪਵੇ, ਇਹ ਤਾਂ ਫਿਰ ਲੰਬੇ ਸਮੇਂ ਦੇ, ਜਿਵੇਂ ਆਪਣੀ ਨਿਆਇਕ ਪ੍ਰਣਾਲੀ ਹੈ ਲੰਬੀ ਹੈ, ਉਸ ਕਰਕੇ ਹੋ ਜਾਂਦਾ। ਅਸੀਂ ਪਰਤ ਦਰ ਪਰ ਕਲਿੱਕ ਦਰ ਕਲਿੱਕ ਇਸ ਨੈਕਸਸ ਨੂੰ ਇੱਕ ਛੋਟੇ ਜਿਹੇ ਏਰੀਏ ਤੋਂ ਸਮਝਣਾ ਚਾਹਿਆ, ਜੀਰਪੁਰ ਦੇ। ਤੇ ਜੇ ਇਹ ਪੂਰੇ ਪੰਜਾਬ 'ਚ ਚੱਲ ਰਿਹਾ ਹੈ, ਜੇ ਪੰਜਾਬ ਦਾ ਮੁੱਖ ਮੰਤਰੀ ਬੋਲ ਰਿਹਾ ਹੈ ਕਿ ਚੰਡੀਗੜ੍ਹ ਦੀਆਂ ਸ਼ਿਵਾਲਕ ਦੀਆਂ ਪਹਾੜੀਆਂ 'ਚ ਬੜਾ ਕੁਝ ਪਿਆ ਤੇ ਉਹਨਾਂ ਨੇ ਰੇਡ ਵੀ ਕੀਤੀ, ਮਤਲਬ 5000 ਏਕੜ ਦੇ ਉਹਨਾਂ ਟਾਰਗੇਟ ਰੱਖਿਆ ਸੀ ਤੇ ਹੋਰ ਵੀ ਲੱਗੇ ਹੋਏ ਨੇ। ਇਹ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਰੋਕੀ ਹੋਈ ਸੀ, ਉੱਥੇ ਸਿਆਸਤਦਾਨ ਸੀ, ਰਸੂਖਦਾਰ ਸੀ, ਬਿਲਡਰ ਸੀ, ਆਮ ਆਦਮੀ ਬਿਲਕੁਲ ਵੀ ਨਹੀਂ ਸੀ। ਤੇ ਬਹੁਤ ਜਾਣਕਾਰ ਨਾਮ ਵੀ ਆਏ ਤੇ ਹੋਰ ਨਾਮ ਵੀ ਆਉਣ ਦੀ ਸੰਭਾਵਨਾ। ਕਹਿਣ ਦਾ ਮਤਲਬ ਇਹ ਹੈ ਜੋ ਚੌਧਰੀ ਸਾਹਿਬ ਨੇ ਇੱਕ ਸਲਾਹ ਦਿੱਤੀ ਹੈ ਵੀ ਦੇਖ ਕੇ ਪਰਖ ਕੇ ਜਿੱਥੇ ਇੰਨੇ ਪੈਸੇ ਲਾਉਣੇ ਆ ਤੁਸੀਂ, ਉਹ ਖਰਾਬ ਨਾ ਹੋਣ। ਤੇ ਜਿਹੜੇ ਹਾਲਾਤ ਬਣੇ ਨੇ, ਮਜਬੂਰੀ ਬਣ ਚੁੱਕੀ ਹੈ, ਹਾਲਾਂਕਿ ਜ਼ਰੂਰਤ ਨਹੀਂ ਸੀ ਇਹਦੀ ਕਿ ਜਿਹੜਾ ਆਪਣਾ ਪ੍ਰਸ਼ਾਸਨ ਹੈ ਜਾਂ ਆਪਣੇ ਚੁਣੇ ਹੋਏ ਲੋਕ ਨੇ ਉਹ ਕੰਮ ਕਰਨ। ਉੱਥੇ ਵਕੀਲ ਦੀ ਰਾਏ ਜ਼ਰੂਰ ਲੈ ਕੇ ਉਹਨੂੰ ਨਾਲ ਲਿਜਾਣਾ ਤੁਹਾਡੀ ਮਜਬੂਰੀ ਬਣ ਗਈ ਹੈ। ਤੇ ਅਸੀਂ ਅਜਿਹੀਆਂ ਮੁਸ਼ਕਲਾਂ ਲੈ ਕੇ ਤੁਹਾਡੇ ਕੋਲੇ ਜਿਹੜੇ ਦਰਸ਼ਕਾਂ ਦੇ ਹੱਕ ਦੀਆਂ ਨੇ, ਮੈਨੂੰ ਜਾਣਕਾਰੀ ਦਿੰਦੀਆਂ ਨੇ, ਜਾਂ ਇੱਕ ਮਸਲਾ ਜੋ ਸਾਡੀ ਡਿਊਟੀ ਬਣਦੀ ਹੈ ਤੁਹਾਡੇ ਸਾਹਮਣੇ ਰੱਖਣ ਦਾ, ਉਹ ਅਸੀਂ ਅਦਾ ਕਰਦੇ ਰਹਿੰਦੇ ਹਾਂ। ਫਿਰ ਇੱਕ ਨਵੀਂ ਨਿਊਜ਼, ਨਵੀਂ ਖਬਰ, ਨਵੀਂ ਸੂਚਨਾ ਇਸ ਲੈ ਕੇ, ਨਵੀਂ ਬਹਿਸ ਲੈ ਕੇ ਅਸੀਂ ਮਿਲਦੇ ਹਾਂ, ਜਿਸ 'ਚ ਅਸੀਂ ਕਲਿੱਕ ਦਰ ਕਲਿੱਕ ਜਾਣਾਂਗੇ ਕਿ ਸਾਨੂੰ ਕੀ ਕਰਨਾ ਚਾਹੀਦਾ ਜਾਂ ਅਸੀਂ ਕਿਸ ਸਿਸਟਮ 'ਚ ਰਹਿ ਰਹੇ ਹਾਂ। ਲਗਾਤਾਰ ਵੇਖਦੇ ਰਹੋ ਸਪੋਰਟ ਪੰਜਾਬ, ਲਿਬਰੇਟ ਕਿੱਕ ਲੈ ਕੇ ਫਿਰ ਮਿਲਦੇ ਹਾਂ।